ਭੁੱਲਰ ਸਾਹਿਬ ਤੁਸੀਂ ਟਰਾਂਸਪੋਰਟ ਮੰਤਰੀ ਹੋ 5 ਸਾਲਾਂ 'ਚ 5 ਬੱਸਾਂ ਤਾਂ ਪਾ ਹੀ ਲਓਗੇ ਨਾ ਆਪਣੀਆਂ। ਤੇ ਉਹ ਸਿਆਸਤ ਕਰਦੇ ਆ। ਠੀਕ ਹੈ। ਸਾਡਾ ਕੰਮ ਸੇਵਾ ਕਰਨਾ। ਵੇਖੋ ਮੇਰਾ ਡਿਪਾਰਟਮੈਂਟ ਆ, ਮੈਂ ਜਿੱਥੇ ਮੈਨੂੰ ਲੱਗਦਾ ਨਾ ਵੀ ਇੱਥੇ ਸਾਡੇ ਡਿਪਾਰਟਮੈਂਟ ਦਾ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਣਾ ਜੀ, ਮੈਂ ਆਪ ਉਹ ਸਟੈਪ ਚੁੱਕਦਾ, ਮੈਂ ਆਪ ਉਹ ਕੰਮ ਕਰਦਾ। ਤੁਹਾਡੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀ ਕਿ ਇੱਕ ਪਰਮਿਟ ਤੇ 4 ਚਲਾਉਂਦੇ ਆ। ਹੁਣ ਇੱਕ ਪਰਮਿਟ ਤੇ 4 ਚੱਲਦੀਆਂ, 3 ਚੱਲਦੀਆਂ, 2 ਚੱਲਦੀਆਂ ਕਿ 1 ਚੱਲਦੀ। ਪਿਛਲੇ ਸਾਲ ਨਾਲੋਂ ਸਾਡੇ ਵਿਭਾਗ ਦੀ ਆਮਦਨ 45% ਵਧੀ ਆ। ਜਿਨ੍ਹਾਂ ਦੀਆਂ ਤੁਸੀਂ ਬੱਸਾਂ ਬੰਦ ਕਹਿੰਦੇ ਕੀਤੀਆਂ, ਉਹ ਤਕਾਲਾਂ ਸਵੇਰੇ ਮਾੜਾ ਮੋਟਾ ਕੋਈ ਗੱਫਾ ਗੁੱਫਾ ਲੈ ਕੇ ਆਉਂਦੇ ਹੋਣੇ ਕਿ 2-4 ਚੱਲ ਲੈਣ ਦਿਓ। ਆਇਆ ਕੋਈ ਜਿਹੜਾ ਸਾਡੇ ਡਿਪਾਰਟਮੈਂਟ ਨੂੰ ਵੇਲੇ ਨਾਲ ਪੈਸੇ ਦਊ, ਕਿਉਂਕਿ ਉਹਨਾਂ ਪੈਸਿਆਂ 'ਚੋਂ ਹੀ ਅਸੀਂ ਆਪਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ, ਉਹਨਾਂ ਪੈਸਿਆਂ ਨਾਲ ਹੀ ਅਸੀਂ ਪੰਜਾਬ ਦੇ ਖਜ਼ਾਨੇ ਨੂੰ ਭਰਨਾ। ਤੇ ਉਹਨਾਂ ਦਾ ਜੋ ਵੀ ਮੁੱਦਾ, ਜੋ ਵੀ ਕੰਮ ਹੋਵੇ, ਮੈਂ ਪਹਿਲ ਦੇ ਆਧਾਰ ਤੇ ਹੱਲ ਕਰਦਾ। ਨਜਾਇਜ਼ ਬੱਸਾਂ ਚੱਲਦੀਆਂ ਸਨ, ਉਹਨਾਂ ਤੇ ਬਿਲਕੁਲ ਨੱਥ ਜਿਹੜੀ ਆ ਪਾ ਦਿੱਤੀ ਗਈ। ਜੇ ਕੋਈ ਉੱਕਾ ਦੁੱਕਾ ਰਹਿ ਗਿਆ, ਉਹ ਵੀ ਜਲਦ ਕਾਬੂ ਕਰ ਲਏ ਜਾਣਗੇ। ਬਿਲਕੁਲ ਪਾਰਦਰਸ਼ੀ ਸਿਸਟਮ ਕਰਾਂਗੇ। ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਬਾਕੀ ਤਾਂ ਕਈ ਪਾਸੇ ਸਰਗਰਮ ਨਜ਼ਰ ਆਉਂਦੀ ਹੈ। ਕੀ ਚਿੱਟੇ ਨੂੰ, ਨਸ਼ੇ ਨੂੰ ਨੱਥ ਪਾਉਣ ਦੇ ਲਈ ਵੀ ਏਜੰਡਾ ਹੈਗਾ ਕਿ ਜੇ ਬਾਅਦ 'ਚ ਜਾ ਕੇ ਕਰਨਾ ਹੈ? ਪਹਿਲਾ ਮੁੱਖ ਮੰਤਰੀ ਵੇਖਿਆ ਜਿਹੜਾ ਦਿਨ ਰਾਤ ਹੀ ਲੋਕਾਂ ਦੇ ਵਿੱਚ ਲੋਕਾਂ ਦੇ ਕੰਮਾਂ ਨੂੰ ਤਤਪਰ ਆ। ਉਹਨਾਂ ਨੁਕਸਾਨ 47 ਵੇਲੇ 65, 71, 84 ਵੇਲੇ ਨਹੀਂ ਹੋਇਆ ਜਿੰਨਾ ਨੁਕਸਾਨ ਹੁਣ ਇਸ ਨਸ਼ਿਆਂ ਦੇ 6ਵੇਂ ਦਰਿਆ ਨੇ ਕਰਤਾ। ਕਈ ਪਿੰਡਾਂ 'ਚ ਪੰਜਾਬ 'ਚ ਬੱਸਾਂ ਹੈ ਹੀ ਨਹੀਂ, ਜਾਂਦੀਆਂ ਹੀ ਨਹੀਂ। ਸਾਰੇ ਲੋਕਾਂ ਕੋਲ ਵਹੀਕਲ ਨਹੀਂ ਕਿ ਕੀ ਉਧਰਲੇ ਪਾਸੇ ਨੂੰ ਕਦੇ ਬੱਸਾਂ ਲਾਉਂਗੇ ਚਾਹੇ ਘਾਟਾ ਪਵੇ। ਤਹਿਸੀਲਦਾਰ ਦੇ ਸਾਹਮਣੇ ਜਾ ਕੇ ਕਹਿੰਦਾ ਕਰਾਂ ਲਾਲਜੀਤ ਭੁੱਲਰ ਨੂੰ ਫੋਨ ਲੈਣੇ ਪੈਸੇ। ਉਸੇ ਵੇਲੇ ਉਹਦੀ ਰਿਸ਼ਤੀ ਹੋ ਗਈ। ਬਹੁਤ ਸਾਰੇ ਡਰਾਈਵਰ ਚੰਗੇ ਵੀ ਹੁੰਦੇ ਆ, ਪਰ ਕਈ ਵਾਰੀ ਹੁੰਦਾ ਉਹਨੂੰ ਆਦਤ ਹੁੰਦੀ ਯਾਰ ਇਹ ਤਾਂ ਮੁਫਤ ਵਾਲੇ ਆ, ਬੱਸ ਨਾ 100 ਫੁੱਟ ਗਾਂਹ ਜਾ ਕੇ ਰੋਕਣੀ। ਬੱਚੇ ਵਿਚਾਰੇ ਝੋਲੇ ਲੈ ਮਗਰ ਭੱਜਦੇ ਆ, ਉਹਨਾਂ ਨੂੰ ਮਾੜਾ ਮੋਟਾ ਹੁਕਮ ਜਾਰੀ ਕਰ ਦਿਓ, ਭਾਈ ਅੱਡੇ ਤੇ ਰੋਕਿਆ ਕਰੋ। ਨਿਆਣੇ ਜਿੱਦਾਂ ਦੇ ਬਾਕੀਆਂ ਦੇ ਉੱਦਾਂ ਦੇ ਉਹਨਾਂ ਦੇ, ਇੰਨਾ ਕੰਮ ਕਰਾ ਦਿਓ, ਨਾ ਪੈਸਾ ਲੱਗਣਾ ਨਾ ਕੁਛ। ਜਿਹੜਾ ਕਾਨੂੰਨ ਨਾਲ ਖਿਲਵਾੜ ਕਰੂਗਾ, ਲੋਕਾਂ ਨਾਲ ਧੱਕੇਸ਼ਾਹੀ ਨਜਾਇਜ਼ ਕਰੂਗਾ, ਉੱਤੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ, ਭਾਵੇਂ ਕੋਈ ਹੋਵੇ ਸਾਡੀ ਪਾਰਟੀ ਦਾ। ਬਾਦਲ ਪਰਿਵਾਰ ਵਰਲਡ ਦਾ ਸਭ ਤੋਂ ਸਿੱਖ ਅਮੀਰ ਪਰਿਵਾਰ ਹੋਣਾ, ਸਭ ਤੋਂ ਅਮੀਰ ਸਿੱਖ ਪਰਿਵਾਰ। ਜਿੰਨਾ ਪੈਸਾ, ਜਿੰਨੇ ਫਾਰਮ ਹਾਊਸ, ਮੈਨੂੰ ਲੱਗਦਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਮੈਨੂੰ ਨਹੀਂ ਮੇਦ ਕਿਹੜਾ ਮੁਲਕ ਆ ਜਿਹੜਾ ਇਹਨਾਂ ਦੇ ਫਾਰਮ ਹਾਊਸ ਜਿੱਥੇ ਨਾ ਹੋਣਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਜਦੋਂ ਪੰਜਾਬ ਦੀ ਕਿਸੇ ਸੜਕ ਦੇ ਉੱਤੋਂ ਬੱਸ ਜਾਂਦੀ ਆ ਨਾ, ਉਹਨਾਂ ਨੇ ਹੌਰਨ ਦੇ ਉੱਤੇ ਰੱਖਿਆ ਹੁੰਦਾ ਹੱਥ, ਤੇ ਉਹ ਕਹਿੰਦੇ ਪਾਸੇ ਹੋ ਜਾਓ, ਸਾਡਾ ਟਾਈਮ ਹੋਣ ਵਾਲਾ। ਇਸ ਕਰਕੇ ਅੱਜ ਮੈਂ ਬਹੁਤੀਆਂ ਗੱਲਾਂ ਪਹਿਲਾਂ ਨਹੀਂ ਕਰਨੀਆਂ। ਟਰਾਂਸਪੋਰਟ ਮੰਤਰੀ ਪੰਜਾਬ ਸਰਕਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਸਾਡੇ ਨਾਲ ਨੇ। ਥੋੜ੍ਹੇ ਜਿਹੇ ਸਵਾਲ ਤੇ ਉਹਨਾਂ ਦੇ ਜਵਾਬ ਆਪਾਂ ਲੈ ਲੈਂਦੇ ਹਾਂ। ਲੰਬੀ ਗੱਲਬਾਤ ਜਦੋਂ ਇਸ ਪ੍ਰੋਗਰਾਮ ਦੇ ਥੱਲੇ ਤੁਹਾਡੀਆਂ ਟਿੱਪਣੀਆਂ ਸਵਾਲਾਂ ਦੇ ਰੂਪ 'ਚ ਆਉਣਗੀਆਂ, ਆਪਾਂ ਉਦੋਂ ਕਰ ਲਾਂਗੇ। ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਧੰਨਵਾਦ ਭਾਟ ਸਾਹਿਬ, ਤੁਹਾਡਾ ਬਹੁਤ ਬਹੁਤ ਸੰਗਤ ਦੇ ਰੂਬਰੂ ਹੁੰਦਾ ਤੁਸੀਂ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਭੁੱਲਰ ਸਾਹਿਬ, ਤੁਸੀਂ ਛੋਟੀ ਉਮਰ ਦੇ ਵਿੱਚ ਹੀ ਮੰਤਰੀ ਬਣ ਗਏ ਤੇ એનર્ਜੀ ਬਹੁਤ ਹੁੰਦੀ, ਤਾਕਤ ਬੜੀ ਹੁੰਦੀ ਹੈ, ਤੇ ਪੰਜਾਬ ਜਿੱਥੇ ਇੱਕ ਹੈਗਾ ਉਹਨੂੰ ਤਾਕਤ ਦੀ ਲੋੜ ਹੈ ਇਸ ਵੇਲੇ। ਮੈਂ 2-4 ਚੀਜ਼ਾਂ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਉਹ ਤੁਹਾਨੂੰ ਜਿਹੜੀਆਂ ਪੁੱਛ ਲੈਣੀਆਂ, ਕਿਉਂਕਿ ਇੱਕ ਪਾਸੇ ਅੱਜ ਕੱਲ੍ਹ ਬੜਾ ਪ੍ਰਚਾਰ ਹੋ ਰਿਹਾ ਕਿ 7 ਮਹੀਨੇ 70 ਸਾਲ, ਮੈਂ ਉਧਰਲੇ ਪਾਸੇ ਵੀ ਆਉਣਾ ਕਿ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਖਾਸ ਤੌਰ 'ਤੇ ਤੁਹਾਡੇ ਟਰਾਂਸਪੋਰਟ ਵਿਭਾਗ ਦੀ ਕਿੱਦਾਂ ਰਹੀ। ਪਰ ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੀਆਂ ਸੜਕਾਂ 'ਤੇ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਨੇ, ਜਿਨ੍ਹਾਂ ਦੇ ਬਾਬਤ ਤੁਹਾਡੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀ ਕਿ ਇੱਕ ਪਰਮਿਟ ਤੇ 4 ਚਲਾਉਂਦੇ ਆ, ਹੁਣ ਇੱਕ ਪਰਮਿਟ ਤੇ 4 ਚੱਲਦੀਆਂ, 3 ਚੱਲਦੀਆਂ, 2 ਚੱਲਦੀਆਂ ਕਿ 1 ਚੱਲਦੀ? ਵਾਕਈ ਤੁਹਾਡੀ ਗੱਲ ਸਹੀ ਆ। 7 ਮਹੀਨਿਆਂ ਤੇ 70 ਸਾਲਾਂ ਦਾ ਅੰਤਰ ਹੈਗਾ ਆ। ਆਪਾਂ ਵੇਖਦੇ ਹੁੰਦੇ ਹਾਂ ਜਦੋਂ ਰੋਡ ਦੇ ਉੱਤੇ ਚੜ੍ਹਨਾ, ਹਾਈਵੇ ਤੇ ਚੜ੍ਹਨਾ ਜਾਂ ਲਿੰਕ ਰੋਡਾਂ ਤੇ ਚੜ੍ਹਨਾ, ਤੇ ਪ੍ਰਾਈਵੇਟ ਬੱਸਾਂ ਦਾ ਬੋਲਬਾਲਾ ਹੁੰਦਾ ਸੀ। ਸਾਡੀ ਜਿਹੜੀ ਰੋਡਵੇਜ਼ ਦੀਆਂ ਬੱਸਾਂ ਜਾਂ PRTC ਦੀਆਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਸਨ। ਤੇ ਵਾਕਈ ਇੱਕ ਪਰਮਿਟ ਤੇ 4 ਨਹੀਂ, ਮੈਨੂੰ ਲੱਗਦਾ ਹੋ ਸਕਦਾ ਜਿਹੜੇ ਇਹ ਪੁਰਾਣੇ ਲੀਡਰ ਨੇ ਤੇ 10 ਵੀ ਚਲਾਉਂਦੇ ਰਹੇ ਆ। ਤੇ ਹੁਣ ਤੁਸੀਂ ਕਿਤੇ ਵੇਖ ਲਓ, ਭਾਵੇਂ ਹਾਈਵੇ ਤੇ ਚੱਲ ਜਾਓ, ਲਿੰਕ ਰੋਡ ਤੇ ਚੱਲ ਜਾਓ, ਪੰਜਾਬ ਸਰਕਾਰ ਦੀਆਂ PRTC ਦੀਆਂ, ਪਨ ਬੱਸ, ਰੋਡਵੇਜ਼ ਦੀਆਂ ਬੱਸਾਂ ਦਿਸਣਗੀਆਂ, ਪ੍ਰਾਈਵੇਟ ਬੱਸਾਂ ਬਹੁਤ ਘੱਟ ਗਈਆਂ।
ਜਿਹਦਾ ਆ ਸਾਡੇ ਅੰਕੜਿਆਂ ਤੋਂ ਪਤਾ ਲੱਗਦਾ ਪਿਛਲੇ ਸਾਲ ਨਾਲੋਂ ਸਾਡੇ ਵਿਭਾਗ ਦੀ ਆਮਦਨ 45% ਵਧੀ ਆ। ਭਾਵੇਂ ਆਪਾਂ ਗੱਲ ਕਰ ਲਈਏ ਰੋਡਵੇਜ PRTC ਵਿਭਾਗ ਦੀ ਟਿਕਟਾਂ ਦੀ, ਸਵਾਰੀਆਂ ਦੇ ਪੈਸਿਆਂ ਦੀ, ਜਾਂ ਰੈਵਨਿਊ ਜਿਵੇਂ ਰਜਿਸਟ੍ਰੇਸ਼ਨ ਹੁੰਦੀ ਆ ਉਹਦਾ ਰੈਵਨਿਊ ਜਾਂ ਚਲਾਨਾਂ ਦਾ ਰੈਵਨਿਊ, 45% ਆਮਦਨ ਪਿਛਲੇ ਸਾਲ ਨਾਲੋਂ ਇਹਨਾਂ 7 ਮਹੀਨਿਆਂ ਦੀ, ਪਿਛਲੇ 7 ਮਹੀਨਿਆਂ ਨਾਲ ਆਪਾਂ 2021 ਵਾਲਿਆਂ ਨਾਲ ਕੰਪੈਰੀਜ਼ਨ ਕਰੀਏ ਤੇ 45% ਵਧੀ ਆ। ਤੇ ਜਿਹੜੀਆਂ ਨਜਾਇਜ਼ ਬੱਸਾਂ ਚੱਲਦੀਆਂ ਸਨ ਉਹਨਾਂ ਤੇ ਬਿਲਕੁਲ ਨੱਥ ਜਿਹੜੀ ਆ ਪਾ ਦਿੱਤੀ ਗਈ। ਜੇ ਕੋਈ ਉੱਕਾ ਦੁੱਕਾ ਰਹਿ ਗਿਆ ਉਹ ਵੀ ਜਲਦ ਕਾਬੂ ਕਰ ਲਏ ਜਾਣਗੇ। ਬਿਲਕੁਲ ਪਾਰਦਰਸ਼ੀ ਸਿਸਟਮ ਕਰਾਂਗੇ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੰਨੇ ਵੀ ਕੰਮ ਕਰ ਰਹੇ ਆ, ਵਾਕਈ 70 ਸਾਲ ਵਾਲਿਆਂ 'ਚ ਤੇ 7 ਮਹੀਨੇ ਵਾਲਿਆਂ 'ਚ ਫਰਕ ਆ। ਜਿੰਨੇ ਕੰਮ ਕਰ ਰਹੇ ਲੋਕ ਖੁਸ਼ ਨੇ, ਸੰਤੁਸ਼ਟ ਨੇ। ਵੇਖੋ ਭਾਵੇਂ ਕੋਈ ਅਕਾਲੀ ਦਲ ਨਾ ਰਿਹਾ, ਭਾਵੇਂ ਕੋਈ ਕਾਂਗਰਸ ਨਾ ਰਿਹਾ, ਅੱਜ ਵੀ ਉਹਨਾਂ ਪਾਰਟੀਆਂ ਨੇ ਭਾਵੇਂ ਮਜਬੂਰੀ ਵਾਸੋਂ ਖੜੇ ਨੇ ਤੇ ਉਹ ਦਿਲੋਂ ਸਾਨੂੰ ਪਿਆਰ ਕਰ ਰਹੇ ਆ ਕੇ ਕਹਿ ਰਹੇ ਆ ਕਿ ਵਾਕਈ ਯਾਰ ਤੁਹਾਡੀ ਪਾਰਟੀ, ਤੁਹਾਡੀ ਸਰਕਾਰ ਚੰਗੀ ਆ, ਗਾਂ ਨਹੀਂ ਕਾਲੀਆਂ ਕਾਂਗਰਸੀਆਂ ਦੀ ਵਾਰੀ ਆਉਣੀ। ਭਾਵੇਂ ਉਹ ਉਹਨਾਂ ਨਾਲ ਹੀ ਖੜੇ ਆ ਤੇ ਜੇ ਕੁਝ ਚੰਗਾ ਕਰ ਰਹੇ ਆ ਤਾਂ ਹੀ ਕਹਿ ਰਹੇ ਆ। ਬਾਕੀ ਰਹੀ ਗੱਲ ਵਿਭਾਗ 'ਚ ਜਿਹੜੀਆਂ ਚੰਗੇ ਕੰਮ ਕੀਤੇ ਆ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਨਲਾਈਨ ਜਿਹੜੇ ਰਜਿਸਟ੍ਰੇਸ਼ਨ ਜਿਹੜੀ ਕਰਤੀ ਆਰਸੀਆਂ ਦੀ, ਉਹ ਏਜੰਸੀਆਂ ਨੂੰ ਦਿੱਤੀ ਆ। 2-3 ਦਿਨ ਦੇ ਵਿੱਚ ਹੀ ਏਜੰਸੀ ਮਾਲਕ ਜਿਹੜਾ ਖਰੀਦਦਾਰ ਹੋਵੇਗਾ ਉਹਦੇ ਘਰ ਜਿਹੜੀ ਆਰਸੀ ਭੇਜੇਗਾ। ਨਹੀਂ ਤੇ SDM ਦਫ਼ਤਰ, RTA ਦਫ਼ਤਰਾਂ 'ਚ ਮਹੀਨਿਆਂ ਬੱਧੀ ਗੇੜੇ ਵੱਜਦੇ ਰਹਿਣੇ ਤੇ 5 ਤੋਂ 10,000 ਰੁਪਈਆ ਪ੍ਰਤੀ ਆਰਸੀ ਜਿਹੜੀ ਰਿਸ਼ਵਤ ਲੱਗਦੀ ਸੀ। ਤੇ ਜਿਵੇਂ ਆਪਾਂ ਆਪਣੇ ਜਿਹੜੇ ਲਾਇਸੈਂਸ ਬਣਦੇ ਆ, ਲਰਨਿੰਗ ਲਾਇਸੈਂਸ, ਉਹ ਵੀ ਆਨਲਾਈਨ ਕਰਤਾ। ਘਰੇ ਬੈਠੇ ਮੋਬਾਈਲ ਫੋਨ ਤੇ, ਲੈਪਟਾਪ ਤੇ ਜੇ ਕੋਈ ਵਿਅਕਤੀ ਚਾਹੇ ਉਹ ਬਣਾ ਸਕਦਾ। ਫਿਰ ਜੇ ਆਪਾਂ ਇੰਡੋ ਕੈਨੇਡੀਅਨ ਬੱਸਾਂ ਦੀ ਗੱਲ ਕਰੀਏ, ਲੰਮਾ ਸਮਾਂ ਪੰਜਾਬ ਨੂੰ ਲੁੱਟਿਆ ਇਸ ਟਰਾਂਸਪੋਰਟ ਨੇ। 3000 ਤੋਂ ਲੈ ਕੇ 4000 ਰੁਪਈਆ ਕਿਰਾਇਆ ਸੀ ਤੇ ਆਪਣੀ 6ਵੇਂ ਮਹੀਨੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਲੰਧਰ ਤੋਂ ਦਿੱਲੀ ਏਅਰਪੋਰਟ ਨੂੰ ਬੱਸਾਂ ਚਲਾਈਆਂ। ਵੋਲਵੋ ਬੱਸਾਂ ਪੰਜਾਬ ਸਰਕਾਰ ਦੀਆਂ, ਪੰਜਾਬ ਦੇ ਲੋਕਾਂ ਦੀਆਂ ਬੱਸਾਂ, ਜਿਹਦਾ ਕਿਰਾਇਆ 850 ਤੋਂ ਲੈ ਕੇ 1100-1200 ਰੁਪਏ ਤੱਕ ਆ। 3-4 ਹਜ਼ਾਰ ਵਾਲੇ ਤੇ ਵੇਖੋ ਕਿਉਂ ਚੜੂਗਾ ਕੋਈ, ਜੇ 800-900 ਹਜ਼ਾਰ ਵਾਲਾ ਕਿਰਾਏ ਵਾਲੀ ਬੱਸ ਮਿਲੇ ਤੇ ਬੜਾ ਵੱਡਾ ਲਾਰਾ ਮਿਲਿਆ। ਉਹ ਵੀ ਆਮਦਨ ਜਿਹੜੀ ਆ ਕਰੋੜਾਂ ਦੇ ਵਿੱਚ ਪਿਛਲੇ 7 ਮਹੀਨਿਆਂ 'ਚ ਉਹ ਵੀ ਪੰਜਾਬ ਦੇ ਲੋਕਾਂ ਨੂੰ ਆਮਦਨ ਹੋਈ, ਪੰਜਾਬ ਸਰਕਾਰ ਨੂੰ, ਪੰਜਾਬ ਦੇ ਲੋਕਾਂ ਦਾ ਮਾਲੀਆ ਵਧਿਆ। ਭੁੱਲਰ ਸਾਹਿਬ, ਇਹ ਤਾਂ ਸਾਰੀਆਂ ਗੱਲਾਂ ਤੁਸੀਂ ਖਜ਼ਾਨੇ 'ਚ ਪਾਤੀਆਂ। ਜਾਣੀ ਜਦੋਂ ਜਿਨ੍ਹਾਂ ਦੀਆਂ ਤੁਸੀਂ ਬੱਸਾਂ ਬੰਦ ਕਹਿੰਦੇ ਕੀਤੀਆਂ, ਉਹ ਤਕਾਲਾਂ ਸਵੇਰੇ ਮਾੜਾ ਮੋਟਾ ਕੋਈ ਗੱਫਾ ਗੁੱਫਾ ਲੈ ਕੇ ਆਉਂਦੇ ਹੋਣੇ ਕਿ 2-4 ਚੱਲਣ ਦਿਓ, ਆਇਆ ਕੋਈ? ਵੇਖੋ ਮੈਂ ਕਈ ਬੰਦੇ ਨਾ ਐਵੇਂ ਆਪਦੀ ਗੱਲ ਵਧਾ ਚੜਾ ਕੇ ਦੱਸਦੇ ਆ। ਜਦੋਂ ਅਸੀਂ ਭੱਜੇ ਫਿਰਦੇ ਰਹੇ ਤਕਰੀਬਨ, ਚਲੋ ਕਹਿੰਦੇ ਰਿਹਾ ਕਿ ਮੰਤਰੀ ਸਾਹਿਬ ਤੁਹਾਨੂੰ ਮਿਲਣਾ, ਫੋਨ ਕਰਦੇ ਤੇ ਮੈਂ ਇਹੋ ਗੱਲ ਕਹਿੰਦਾ ਰਿਹਾ ਵੀ ਆਪਦੀ ਯੂਨੀਅਨ ਨਾ ਆਓ, ਮੈਂ ਤੁਹਾਨੂੰ ਕੱਲਿਆਂ ਨੂੰ ਨਹੀਂ ਮਿਲਣਾ। ਜਿਹੜੇ ਟਰਾਂਸਪੋਰਟਰ ਸਨ, ਮੈਂ ਮਿਲਿਆ ਹੀ ਨਹੀਂ ਕਿਸੇ ਨੂੰ। ਜੇ ਮੈਂ ਮਿਲਦਾ ਕਿਸੇ ਨੂੰ ਤਾਂ ਫੇਰ ਹੀ ਕੋਈ ਨਾ ਕੋਈ ਗੱਫੇ ਦੀ ਗੱਲ ਹੁੰਦੀ ਨਾ। ਮੈਂ ਇਹੋ ਗੱਲ ਹੀ ਕਹਿੰਦਾ ਰਿਹਾ ਵੀ ਤੁਹਾਡੀ ਜਿਹੜੀ ਟਰਾਂਸਪੋਰਟ ਯੂਨੀਅਨ ਆ, ਭਾਵੇਂ ਤੁਸੀਂ ਵੱਡੀਆਂ ਬੱਸਾਂ ਵਾਲੇ ਜਾਂ ਮਿੰਨੀ ਬੱਸਾਂ ਵਾਲੇ, ਜੇ ਆਪਦੀ ਯੂਨੀਅਨ ਨਾ ਆਓ। ਮੈਂ ਮੀਟਿੰਗਾਂ ਕਰਦਾ ਰਿਹਾ, ਯੂਨੀਅਨਾਂ ਨਾਲ ਹੀ ਕਰਦਾ ਰਿਹਾ। ਕੱਲੇ ਜਿਹੜਾ ਵੱਡੇ ਟਰਾਂਸਪੋਰਟਰ, ਖਾਸ ਕਰਕੇ ਰਵਾਇਤੀ ਪਾਰਟੀਆਂ ਵਾਲੇ, ਮੈਂ ਉਹਨਾਂ ਟਰਾਂਸਪੋਰਟਰਾਂ ਨੂੰ ਮੈਂ ਇੱਕ ਵੀ ਮੀਟਿੰਗ ਨਹੀਂ ਉਹਨਾਂ ਨਾਲ ਕੀਤੀ। ਅੱਛਾ ਭੁੱਲਰ ਸਾਹਿਬ, ਮੈਨੂੰ ਇੱਕ ਚੀਜ਼ ਹੋਰ ਦੱਸਿਓ। ਆਮ ਤੌਰ ਤੇ ਨਾ ਜਿਹੜੇ ਸਿਆਸੀ ਲੀਡਰ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਪਾਰਟੀ ਕੋਈ ਵੀ ਹੋਵੇ, ਆਮ ਲੋਕਾਂ ਦਾ ਯਕੀਨ ਉੜਿਆ, ਦਾਵਾ ਹੋ ਜਾਂਦਾ ਰਿਹਾ, ਪੋਸਟਰ ਬੈਨਰ ਲੱਗਦੇ ਰਹੇ ਇੱਥੇ ਕਿ ਆਹ ਵੀ ਕੰਮ ਹੋ ਗਿਆ, ਉਹ ਵੀ ਹੋ ਗਿਆ। ਹੁਣ ਤੁਸੀਂ ਆਪ ਹੀ ਕਿਹਾ ਕਿ ਲਰਨਿੰਗ ਲਾਇਸੈਂਸ ਘਰੇ ਬੈਠੇ ਅਪਲਾਈ ਕਰ ਦਿਓ, ਘਰੇ WhatsApp ਦੇ ਉੱਤੇ ਆ ਜਾਣਾ। ਉਹ ਕੰਮ ਚੱਲ ਪਿਆ ਕਿ ਭੁੱਲਰ ਸਾਹਿਬ ਦੀਆਂ ਗੱਲਾਂ ਹੀ ਨੇ? ਨਹੀਂ, ਬਿਲਕੁਲ ਚੱਲ ਪਿਆ ਵਾ। ਲੋਕ ਬਣਵਾ ਵੀ ਰਹੇ ਆ, ਲੋਕ ਦੱਸਦੇ ਆ ਕਿ ਬੜੀ ਵੱਡੀ ਸਹੂਲਤ ਆ, ਆਨਲਾਈਨ ਜਿਹੜੇ ਕੰਮ ਹੋ ਰਹੇ ਆ। ਵਾਕਈ ਖੁਸ਼ ਨੇ ਲੋਕ, ਖੁਸ਼ ਨੇ, ਚੱਲ ਰਿਹਾ, ਖੁਸ਼ ਨੇ। ਲੋਕੀ ਆ ਕੇ ਪ੍ਰਸ਼ੰਸਾ ਵੀ ਕਰਦੇ ਆ ਮੁੱਖ ਮੰਤਰੀ ਸਾਹਿਬ ਦੀ ਵੀ ਪਹਿਲਾ ਮੁੱਖ ਮੰਤਰੀ ਵੇਖਿਆ ਜਿਹੜਾ ਦਿਨ ਰਾਤ ਹੀ ਲੋਕਾਂ ਦੇ ਵਿੱਚ, ਲੋਕਾਂ ਦੇ ਕੰਮਾਂ ਨੂੰ ਤਤਪਰ ਆ। ਤੇ ਵਾਕਈ ਅਸੀਂ ਵੀ ਜਦੋਂ, ਨਹੀਂ ਤੇ ਪਿਛਲੀਆਂ ਸਰਕਾਰਾਂ 'ਚ ਆਪਾਂ ਵੇਖਦੇ ਰਹੇ MLA ਮੰਤਰੀਆਂ ਨੂੰ ਮੁੱਖ ਮੰਤਰੀ ਨਹੀਂ ਸਨ ਨਸੀਬ ਹੁੰਦੇ, ਦਰਸ਼ਨ ਨਹੀਂ ਸੀ ਹੁੰਦੇ। ਤੇ ਜੇ ਸਾਨੂੰ ਕਿਤੇ ਕੋਈ ਕੰਮਕਾਰ ਹੋਏ, ਅਸੀਂ ਫੋਨ ਲਾਉਣਾ ਤੇ CM ਸਾਹਿਬ ਮਿਲਣਾ ਤੇ ਉਦੋਂ ਹੀ CM ਸਾਹਿਬ ਕਹਿੰਦੇ ਆ ਜਾਓ, ਮੈਂ ਤੁਹਾਡੇ ਲਈ ਆ, ਲੋਕਾਂ ਲਈ ਆ, ਪੰਜਾਬ ਦੇ ਲੋਕਾਂ ਲਈ। ਉਸੇ ਟਾਈਮ ਮੀਟਿੰਗ ਹੋ ਜਾਂਦੀ। ਜੇ ਕੋਈ ਕੰਮਕਾਰ ਹੁੰਦਾ ਉਹ ਵੀ ਹੱਲ ਹੁੰਦਾ ਜੀ। ਅੱਛਾ ਭੁੱਲਰ ਸਾਹਿਬ, ਚੰਗੀ ਗੱਲ ਹੈ ਜੇ ਮੁੱਖ ਮੰਤਰੀ ਸਾਹਿਬ ਮਿਲਦੇ ਆ, ਬਹੁਤ ਸੋਹਣਾ। ਇੱਕ ਤੁਸੀਂ ਕਿਹਾ ਕਿ ਛੇਤੀ ਸਾਰਾ ਕੁਝ ਹੋਈ ਜਾਂਦਾ, ਲਾਇਸੈਂਸ ਬਣੀ ਜਾਂਦੇ, ਆਨਲਾਈਨ ਹੋ ਗਿਆ, RC ਦਾ ਸਿਸਟਮ ਤੁਸੀਂ ਦੱਸ ਦਿੱਤਾ। ਚੰਗੀ ਚੀਜ਼ ਹੈ ਜੇ ਲੋਕਾਂ ਦੀ ਖੱਜਲ ਖੁਆਰੀ ਬੰਦ ਹੁੰਦੀ ਹੈ, ਰੁਪਈਏ ਧੇਲੇ ਜਿਹੜੇ ਉਹਨਾਂ ਦੇ ਘੱਟ ਲੱਗਦੇ, ਉਹਨਾਂ ਦੀ ਜੇਬ 4 ਪੈਸੇ ਆਉਣਗੇ, ਖਰੀਦ ਸ਼ਕਤੀ ਵਧੂ, ਬੰਦਾ ਖੰਡ ਤੇਲ ਵਾਧੂ ਲੈ ਆਊ। ਇੱਕ ਬਹੁਤ ਸਾਰੇ ਲੋਕ ਪਿਛਲੇ ਕਈ ਸਾਲਾਂ ਤੋਂ ਸਾਨੂੰ ਵੀ ਸੁਨੇਹੇ ਭੇਜਦੇ ਸੀ ਕਿ ਸਾਡਾ ਕੋਈ ਹੱਲ ਕਰੋ। ਖਾਸ ਤੌਰ ਤੇ ਕੋਵਿਡ ਤੋਂ ਬਾਅਦ ਉਹ ਸਥਿਤੀਆਂ ਪੈਦਾ ਹੋਈਆਂ ਜੀ, ਜਿਹੜਾ ਇੱਕ ਕਮਰਸ਼ੀਅਲ ਲਾਇਸੈਂਸ ਜਿਹਾ ਹੁੰਦਾ, ਕਹਿੰਦੇ 2 ਜਗ੍ਹਾ ਤੇ ਪੰਜਾਬ 'ਚ ਕਿਤੇ ਬਣਦਾ ਜੀ, ਉੱਥੇ ਕਤਾਰਾਂ ਲੱਗੀਆਂ ਪਈਆਂ, ਉਹਨਾਂ ਦਾ ਵੀ ਕੋਈ ਹੱਲ ਮਾੜਾ ਮੋਟਾ ਕੀਤਾ? ਬਿਲਕੁਲ, ਉਹ ਲਾਇਸੈਂਸ ਜਿਹੜਾ ਮਾਹੂਆਣੇ ਬਣਦਾ, ਪਹਿਲੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹ ਆਪਦੇ ਘਰ ਵਾਲ ਨੂੰ ਚੀਜ਼ਾਂ ਖਿੱਚ ਕੇ ਲਈ ਗਏ, ਮਾਹੂਆਣੇ ਬਣਾਇਆ
ਤੇ ਬਾਕੀ ਹੋਰ ਪਾਸੇ ਧਿਆਨ ਹੀ ਨਹੀਂ ਦਿੱਤਾ। ਹੁਣ ਸਾਡੀ ਸਰਕਾਰ ਇੱਕ ਕਪੂਰਥਲੇ ਹੈਵੀ ਲਾਇਸੈਂਸ ਦਾ ਜਿਹੜਾ ਖੋਲਣ ਜਾ ਰਹੀ ਆ ਦਫ਼ਤਰ, ਨਾਲ ਮਲੇਰਕੋਟਲੇ ਵੀ ਖੁੱਲਣ ਜਾ ਰਿਹਾ, ਤੇ ਹੋਰ ਵੀ ਸਮੇਂ-ਸਮੇਂ ਤੇ ਅਸੀਂ ਜਿਵੇਂ ਸਟੈਪ ਬਾਈ ਸਟੈਪ ਚੱਲਾਂਗੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਅਸੀਂ ਹੈਵੀ ਲਾਇਸੈਂਸ ਦੇ ਜਿਹੜੇ ਦਫ਼ਤਰ ਖੋਲਾਂਗੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨੀ ਦਾ, ਕਿਸੇ ਤਰ੍ਹਾਂ ਦਾ ਪੈਸੇ ਦਾ ਸ਼ੋਸ਼ਣ ਨਾ ਹੋਵੇ, ਚੰਗੇ ਢੰਗ ਨਾਲ ਲੋਕ ਸਹੀ ਤਰੀਕੇ ਨਾਲ ਜਿਹੜੀ ਇਹ ਸਹੂਲਤ ਉਹ ਲੈ ਸਕਣ। ਕੋਸ਼ਿਸ਼ ਤੇ ਇਹ ਕਰਾਂਗੇ ਤਕਰੀਬਨ ਜਿਵੇਂ ਅੰਮ੍ਰਿਤਸਰ ਵਾਲੀ ਬੈਲਟ ਹੈ ਇੱਕ ਉਧਰਲੇ ਪਾਸੇ ਖੁੱਲ ਜੇ, ਇੱਕ ਜਿਹੜੀ ਸਾਡੀ ਆ ਚੰਡੀਗੜ੍ਹ ਵਾਲੀ ਸਾਈਡ ਹੈ ਇਧਰਲੇ ਬੰਨੇ ਖੁੱਲ ਜੇ, ਜਿਹਦਾ ਕਿ ਹਰੇਕ ਜ਼ਿਲ੍ਹੇ ਦੇ ਭੈਣ ਭਰਾ ਨੂੰ ਜਿਹੜੀ ਉਹ ਸਹੂਲਤ ਮਿਲੇ ਤੇ ਆਪਣਾ ਉਹ ਟੈਸਟ ਕਲੀਅਰ ਕਰਕੇ ਆਪਦਾ ਲਾਇਸੈਂਸ ਲੈ ਸਕੇ, ਤੇ ਉਹਨੂੰ ਕਿਸੇ ਤਰ੍ਹਾਂ ਦੀ ਸਾਡੇ ਭੈਣ ਭਰਾ ਨੂੰ ਪਰੇਸ਼ਾਨੀ ਨਾ ਆਵੇ। ਵੇਖੋ ਵਿਦੇਸ਼ਾਂ ਦੇ ਵਿੱਚ ਬਹੁਤੇ ਬੱਚੇ ਸਾਡੇ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਰਹੇ ਆ, ਤੇ ਜੇ ਹੈਵੀ ਲਾਇਸੈਂਸ ਇੰਡੀਆ ਦਾ ਬਣਿਆ ਹੋਵੇ ਤੇ ਉਹਨਾਂ ਨੂੰ ਚੰਗੀ ਜੌਬ ਮਿਲ ਜਾਂਦੀ ਸਾਡੇ ਬੱਚਿਆਂ ਨੂੰ ਵਿਦੇਸ਼ 'ਚ ਜਾ ਕੇ। ਤੇ ਜੇ ਉੱਥੇ ਲਾਈਨਾਂ ਦੇ ਵਿੱਚ ਲੱਗੇ ਰਹੇ, ਲਾਇਸੈਂਸ ਨਾ ਬਣਿਆ, ਤੇ ਕਿਤੇ ਨਾ ਕਿਤੇ ਸਾਡੇ ਬੱਚਿਆਂ ਦਾ ਕੰਮਕਾਰ ਤੇ ਉਧਰ ਪ੍ਰਭਾਵ ਪਊਗਾ। ਇੱਕ ਇੱਥੋਂ ਲਾਇਸੈਂਸ ਲੈ ਕੇ ਜਾਣਾ ਤੇ ਇੱਕ ਉੱਥੇ ਜਾ ਕੇ ਅਪਲਾਈ ਕਰਕੇ ਨਵੇਂ ਸਿਰਿਓਂ ਇਮਾਰਤ ਬਣਾਉਣੀ ਸ਼ੁਰੂ ਕਰਨੀ ਕਿ ਜਾਂ ਇਮਾਰਤ ਇੱਥੋਂ ਤਿਆਰ ਹੋਵੇ ਤੇ ਛੇਤੀ ਉਹਨਾਂ ਨੂੰ ਕੰਮਕਾਰ ਮਿਲ ਜੂਗਾ। ਅਸੀਂ ਆਪਣੇ ਬੱਚਿਆਂ ਲਈ, ਆਪਣੇ ਪੰਜਾਬ ਦੇ ਸਮੂਹ ਭੈਣਾਂ ਵੀਰਾਂ ਲਈ ਤਤਪਰ ਹਾਂ ਤੇ ਇਹ ਕਿਸੇ ਗੱਲੋਂ ਕਸਰ ਨਹੀਂ ਰਹਿਣ ਦੇਵਾਂਗੇ। ਭੁੱਲਰ ਸਾਹਿਬ ਇਹ ਚਲੋ ਮੈਂ ਤਰੀਕ ਮਹੀਨਾ ਤਾਂ ਨਹੀਂ ਕਹਿੰਦਾ, ਇਹ ਛੇਤੀ ਖੋਲ ਦਿਓਗੇ? ਜਾਣੀ ਇਦਾਂ ਤਾਂ ਨਹੀਂ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਜਾ ਕੇ ਭੁੱਲਰ ਸਾਹਿਬ ਉਦਘਾਟਨ ਕਰਨਗੇ ਕਿ ਭਾਈ ਹੁਣ ਇਲੈਕਸ਼ਨ ਆ ਗਈ ਹੁਣ ਖੋਲ ਦਿੰਦੇ ਆ? ਜਿਹੜਾ ਮਲੇਰਕੋਟਲੇ ਵਾਲਾ, ਕਪੂਰਥਲੇ ਵਾਲਾ, ਇਹ ਤੇ ਆਪਾਂ ਕੁਝ ਸਮੇਂ ਦੇ ਵਿੱਚ ਆਪਾਂ ਕਹਿ ਦਈਏ ਵੀ ਮਹੀਨੇ 20 ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਚਾਲੂ ਕਰ ਦਾਂਗੇ, ਤੇ ਉਹਦੇ ਬਾਅਦ ਜਿੱਥੇ ਵੀ ਜ਼ਰੂਰਤ ਹੋਵੇਗੀ ਆਪਾਂ ਵਾਇਆ ਮਾਪ ਲਾਂਗੇ। ਜਿਵੇਂ ਹੁਣ ਸਾਡਾ ਇਲਾਕਾ ਹੀ ਹੈ ਜੀ, ਇੱਥੋਂ ਲਗਭਗ 250 ਕਿਲੋਮੀਟਰ ਆ, ਤੇ ਸਾਡੇ ਜੇ ਭੈਣਾਂ ਭਰਾਵਾਂ ਨੂੰ ਆਉਣਾ ਪਵੇ ਤੇ ਮਾਹੂਵਾਣੇ 200 ਕਿਲੋਮੀਟਰ ਤੇ ਉੱਤੇ ਪੈ ਜਾਂਦਾ। ਇੱਕ ਮਾਝੇ 'ਚ ਉੱਥੇ ਜਿੱਥੇ ਸਾਡਾ ਤਰਨਤਾਰਨ ਜ਼ਿਲ੍ਹਾ ਆ, ਉਹਦੇ ਜ਼ਿਲ੍ਹੇ ਦੇ ਲਾਗੇ ਕਿਤੇ ਬਣਾਵਾਂਗੇ ਤਾਂ ਜੋ ਸਾਡੇ ਇਲਾਕੇ ਵਾਲਿਆਂ ਨੂੰ ਮਾਣ ਹੋਵੇ ਵੀ ਸਾਡੇ ਇਲਾਕੇ ਦਾ ਟਰਾਂਸਪੋਰਟ ਮੰਤਰੀ ਬਣਿਆ ਹੈਵੀ ਲਾਇਸੈਂਸ ਦਾ, ਜਿਵੇਂ ਮਾਹੂਵਾਣੇ ਬਾਦਲ ਸਾਹਿਬ ਲੈ ਗਏ, ਤੇ ਅਸੀਂ ਵੀ ਆਪਦੇ ਇਲਾਕੇ 'ਚ ਨਾਲੇ ਜ਼ਰੂਰਤ ਹੈ ਉੱਥੇ ਅਸੀਂ ਵੀ ਲੈ ਕੇ ਆਈਏ। ਨਹੀਂ ਫਿਰ ਤੁਹਾਨੂੰ ਲੋਕ ਕਿਹਾ ਕਰਨ ਕਿ ਟਰਾਂਸਪੋਰਟ ਮੰਤਰੀ ਸਾਹਿਬ ਆਪਣੇ ਲੈ ਗਏ? ਨਹੀਂ, ਅਸੀਂ ਪਹਿਲਾਂ ਵੇਖੋ ਕਪੂਰਥਲੇ ਮਲੇਰਕੋਟਲੇ ਸ਼ੁਰੂ ਕਰਕੇ ਮਾਹੂਵਾਣੇ ਪਹਿਲਾਂ ਹੀ ਚੱਲਦਾ, ਤੇ ਜ਼ਰੂਰਤ ਵੀ ਹੈ ਨਾ। ਵੇਖੋ ਸਾਡਾ ਪਛੜਿਆ ਏਰੀਆ, ਜੇ ਆਪਾਂ ਗੱਲ ਕਰੀਏ ਸੈਂਟਰ ਦੀਆਂ ਸਰਕਾਰਾਂ ਦੀ, ਸੈਂਟਰ ਨੇ ਕਦੀ ਪੰਜਾਬ ਨੂੰ ਆਪਦਾ ਹਿੱਸਾ ਨਹੀਂ ਸਮਝਿਆ, ਕਦੀ ਨਹੀਂ ਸਮਝਿਆ। ਤੇ ਉਹਦੇ ਬਾਅਦ ਗੱਲ ਕਰੀਏ ਜੇ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਬਣਦੀ ਰਹੀ, ਉਹਨਾਂ ਮਾਝੇ ਨੂੰ ਆਪਦਾ ਹਿੱਸਾ ਨਹੀਂ ਸਮਝਿਆ। ਸਾਡੇ ਮਾਝੇ ਨੂੰ ਸਮੇਂ ਤੇ ਮਾਰਾਂ ਪੈਂਦੀਆਂ ਰਹੀਆਂ। ਜੇ ਆਪਾਂ 1947 ਵੇਲੇ ਦੀ ਵੰਡ ਦੀ ਗੱਲ ਕਰੀਏ ਤੇ ਮਾਝੇ ਨੂੰ ਕੱਟ ਕੇ ਅੱਧ ਵੱਢ ਕੇ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਕੀਤੀ ਗਈ, ਮਾਝੇ ਨੂੰ 2 ਹਿੱਸਿਆਂ 'ਚ ਕਰ ਦਿੱਤਾ ਗਿਆ। ਫਿਰ 1947 ਤੋਂ ਬਾਅਦ 65 ਵਾਲੀ 71 ਵਾਲੀ ਉਹ ਲੜਾਈਆਂ ਲੱਗੀਆਂ, ਉਹ 'ਚ ਫਿਰ ਮਾਝੇ ਦਾ ਨੁਕਸਾਨ ਹੋਇਆ, ਕਿਉਂਕਿ ਬਾਰਡਰ ਪਾਕਿਸਤਾਨ ਦੇ ਨਾਲ ਮਾਝੇ ਵਾਲੇ ਪਾਸਿਓਂ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਇਹ ਬੈਲਟ ਸਾਰੀ ਮਾਝੇ ਦੀ ਹੈ ਤਕਰੀਬਨ, ਤੇ ਉਦੋਂ ਨੁਕਸਾਨ ਹੋਇਆ। ਫਿਰ 1984 ਵੇਲੇ ਤੁਹਾਨੂੰ ਪਤਾ ਹੀ ਹੈ ਕਿੰਨੀ ਕਤਲੋਗਾਰਦ ਹੋਈ। ਸਾਡੇ ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ, ਅੱਤਵਾਦ ਦਾ ਦੌਰ ਆਇਆ, ਘਰਾਂ ਦੇ ਘਰ ਵੇਲੇ ਹੋ ਗਏ, ਚੁੱਲ੍ਹਿਆਂ ਤੇ ਘਾਹ ਉੱਗ ਪਏ, ਵੱਡੇ ਪਰਿਵਾਰ ਖਤਮ ਹੋ ਗਏ, ਉਦੋਂ ਮਾਰ ਵੱਜੀ। ਉਹਦੇ ਬਾਅਦ ਆ ਜਿਹੜੀ ਚਿੱਟੇ ਦੀ ਹੈਰੋਇਨ ਸਮੈਕ ਦੀ ਮਾਰ, ਇਹ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ, ਇਹ ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਵੇਖ ਕੇ ਜਰ ਨਹੀਂ ਰਹੀਆਂ। ਇਹ ਵੀ ਉਹਨਾਂ ਸਰਕਾਰਾਂ ਦੀ ਦੇਣ ਆ, ਤੇ ਉਹਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਸਾਡੇ ਪੰਜਾਬ 'ਚ ਰਹੀਆਂ, ਉਹਨਾਂ ਵੀ ਪੂਰਾ ਸਾਥ ਦਿੱਤਾ। ਉਹਦੀ ਮਾਰ ਵੀ ਜਿਹੜੀ ਵੱਡੀ ਬਾਰਡਰ ਬੈਲਟ ਕਰਕੇ, ਕਿਉਂਕਿ ਇਹਨਾਂ ਕੋਲ ਬਹਾਨਾ ਹੀ ਆਉਣਾ ਤੇ ਇਧਰੋਂ ਗੁਜਰਾਤ, ਬੰਬੇ, ਦਿੱਲੀ ਵੱਲੋਂ ਜਿਹੜਾ ਕੈਮੀਕਲ ਨਸ਼ਾ, ਤੇ ਬਹਾਨਾ ਇਹ ਲਾ ਦੇਣਾ ਵੀ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ ਇਧਰੋਂ ਬਾਰਡਰ ਟੱਪ ਕੇ ਆਉਣਾ, ਬਹਾਨਾ ਫੇਰ ਬਣਾ ਲੈਣਾ ਮਾਝੇ ਦਾ ਵੀ ਇਧਰੋਂ ਟੱਪ ਕੇ ਆਉਂਦੇ ਆ। ਬੜਾ ਨੁਕਸਾਨ ਹੋਇਆ ਮਾਝੇ ਦਾ, ਤੇ ਮਾਝੇ ਦੀਆਂ ਬੜੀਆਂ ਲੋੜਾਂ ਨੇ। ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਬੜਾ ਮਾਣ ਦਿੱਤਾ ਮਾਝੇ 'ਚੋਂ। ਵੇਖੋ ਮੰਤਰੀਆਂ ਦੀ ਗਿਣਤੀ ਵੀ ਵਧਿਆ, 16 ਚੋਂ 5 ਮੰਤਰੀ, 5-6 ਮੰਤਰੀ ਬਣਾਤੇ ਆ, ਬੜੀ ਵੱਡਾ ਮਾਣ ਦਿੱਤਾ। ਤੇ ਆਉਣ ਵਾਲੇ ਸਮੇਂ 'ਚ ਸਾਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਵਿਸ਼ਵਾਸ ਵੀ ਆ ਕਿ ਮਾਝੇ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ। ਮਾਝਾ ਜਿਹੜਾ ਪਛੜਿਆ, ਮਾਝੇ ਨੂੰ ਸਭ ਤੋਂ 1 ਨੰਬਰ ਤੇ ਲੈ ਕੇ ਆਉਣਗੇ। ਭੁੱਲਰ ਸਾਹਿਬ ਤੁਸੀਂ ਟਰਾਂਸਪੋਰਟ ਮੰਤਰੀ ਹੋ, 5 ਸਾਲਾਂ 'ਚ 5 ਬੱਸਾਂ ਤਾਂ ਪਾ ਹੀ ਲਓਗੇ ਨਾ ਆਪਣੀਆਂ? ਵੇਖੋ ਨਾ ਮੇਰੇ ਕੋਲ ਪਹਿਲਾਂ ਬੱਸਾਂ ਹੈਗੀਆਂ ਤੇ ਨਾ ਮੈਂ ਗਾਂ ਬੱਸਾਂ ਪਾਵਾਂ। ਇਹ ਪ੍ਰਮਾਤਮਾ ਦੀ ਕਿਰਪਾ, ਮੇਰੇ ਕੋਲ ਗੁਜ਼ਾਰੇ ਜੋਗੀ ਜ਼ਮੀਨ ਜਾਇਦਾਦ ਹੈਗੀ ਆ। ਮੈਂ ਆੜਤ ਦਾ ਕਾਰੋਬਾਰ ਕਰਦਾ, ਮੇਰੇ ਬੱਚੇ ਬੜੇ ਵਧੀਆ ਪਾਲਦੇ ਆ। ਮੇਰੇ ਕੋਲ 55-60 ਕਿੱਲੇ ਦੇ ਕਰੀਬ ਜ਼ਮੀਨ ਆ, 2 ਮੇਰੀਆਂ ਆੜਤਾਂ, ਬੜੇ ਵਧੀਆ ਪ੍ਰਮਾਤਮਾ ਨੇ ਰੋਟੀ ਦਿੱਤੀ ਆ। ਤੇ ਇਮਾਨਦਾਰੀ ਨਾਲ ਤੁਰੇ ਆ, ਇਮਾਨਦਾਰ ਰਹਿ ਕੇ ਚੱਲਾਂਗੇ। ਨਾ ਤੇ ਕੋਈ ਬੱਸ ਪਾਵਾਂਗੇ ਤੇ ਨਾ ਕੋਈ
ਕਰਪਸ਼ਨ ਕਰਾਂਗੇ ਤਾਂ ਜੋ ਜਿਹੜੇ ਪੰਜਾਬ ਦੇ ਲੋਕ ਜਿਨ੍ਹਾਂ ਸਾਡੇ ਤੇ ਵਿਸ਼ਵਾਸ ਕੀਤਾ ਇੱਥੇ ਨਾ ਸਾਡੇ ਜਿਹੜੇ MLA ਰਹੇ ਆ ਜਾਂ ਮੰਤਰੀ ਰਹੇ ਕਹਿ ਦਿੰਦੇ ਆ ਵੀ ਅਸੀਂ ਤੇ ਢਿੱਡ ਤੇ ਮੂੰਹ ਬੰਨ ਕੇ ਵਿਕਾਸ ਕਰਾਤਾ ਤੇ ਆਪ ਵੱਡੇ ਵੱਡੇ ਹੋਟਲ ਪਾਲੇ ਆ, ਵੱਡੇ ਵੱਡੇ ਜਿਹੜੇ ਮਾਲ ਬਣਾ ਲਏ ਆ, ਵੱਡੇ ਵੱਡੇ ਕੰਮ ਕਰ ਲਏ। ਜੇ ਖੰਭਿਆਂ ਦੀਆਂ ਫੈਕਟਰੀਆਂ ਦੀਆਂ ਗੱਲਾਂ ਕਰੀਏ ਜਾਂ ਹੋਰ ਕਾਰੋਬਾਰਾਂ ਦੀਆਂ, ਤੇ ਹੋਇਆ ਤੇ ਇਥੋਂ ਕਰਪਸ਼ਨ ਕਰ ਕਰਕੇ ਹੋਇਆ ਸਾਰਾ ਕੁਝ। ਤੇ ਕਹਿ ਦੇਣਾ ਵੀ ਮੈਂ ਤੇ ਵਿਕਾਸ ਕਰਾਇਆ, ਵਿਕਾਸ ਤੇ ਕੀਤਾ ਇਹਨਾਂ ਆਪਦਾ ਹੀ, ਠੀਕ ਹੈ ਜੀ, ਆਪਦਾ ਹੀ ਕੀਤਾ ਵਿਕਾਸ। ਉਹਨਾਂ ਪਿੱਛੇ ਜੇ ਸਾਡੇ ਮਾਝੇ ਦਾ ਹੀ ਮੰਤਰੀ ਰਿਹਾ ਅਕਾਲੀ ਦਲ ਦਾ, ਨਾਂ ਕੀ ਲੈਣਾ, ਉਹਨੂੰ ਕਿਸੇ ਨੇ ਕਹਿਤਾ ਉਹਨੇ ਬੱਸਾਂ ਵਾਵਾ ਪਾ ਲਈਆਂ ਤੇ ਉਹਨੂੰ ਕਿਸੇ ਨੇ ਕਹਿਤਾ ਵੀ ਮੰਤਰੀ ਸਾਹਿਬ ਤੁਸੀਂ ਆ ਬੱਸਾਂ ਪਾ ਲਈਆਂ, ਰੌਲਾ ਨਾ ਪਊ। ਕਹਿੰਦਾ ਮੈਂ ਮੰਤਰੀ ਆ, ਬੱਸਾਂ ਹੀ ਪਾਉਣੀਆਂ, ਉਹ ਰਕਸ਼ੇ ਪਾਉਣੇ ਆ। ਇਹਨਾਂ ਦੇ ਵਿੱਚ ਰਿਵਾਜ ਹੀ ਵੀ ਆਪਾਂ ਲੋਕਾਂ ਨੂੰ ਲੁੱਟਣਾ ਕੁੱਟਣਾ, ਵੀ ਜੋ ਵੀ ਆ ਸਾਡਾ ਹੀ ਆ, ਲੋਕਾਂ ਦਾ ਨਹੀਂਗਾ। ਨਹੀਂ ਠੀਕ ਹੈ। ਭੁੱਲਰ ਸਾਹਿਬ ਇੱਕ ਚੀਜ਼ ਮੈਨੂੰ ਹੋਰ ਦੱਸਿਓ, ਮੈਂ ਕਾਲੀ ਸਾਰੇ ਸਵਾਲ ਮੈਨੂੰ ਸੀ ਕਿ ਸਮ ਅਪ ਕਰ ਜਾ। ਤੁਸੀਂ ਚਿੱਟੇ ਦਾ ਜ਼ਿਕਰ ਕੀਤਾ ਕਿ ਮਾਝੇ ਨੂੰ ਬਹੁਤ ਨੁਕਸਾਨ ਪੁੱਜਾ, ਪਿਛਲੇ ਦਿਨਾਂ 'ਚ ਕਈ ਮੌਤਾਂ ਹੋਈਆਂ ਮਾਝੇ 'ਚੋਂ, ਅੰਮ੍ਰਿਤਸਰ 'ਚੋਂ, ਆਲੇ ਦੁਆਲਿਓਂ। ਕੀ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਬਾਕੀ ਤਾਂ ਕਈ ਪਾਸੇ ਸਰਗਰਮ ਨਜ਼ਰ ਆਉਂਦੀ ਹੈ, ਕੀ ਚਿੱਟੇ ਨੂੰ ਨਸ਼ੇ ਨੂੰ ਨੱਥ ਪਾਉਣ ਦੇ ਲਈ ਵੀ ਏਜੰਡਾ ਹੈਗਾ ਕਿ ਜੇ ਬਾਅਦ 'ਚ ਜਾ ਕੇ ਕਰਨਾ ਕੰਮ? ਵੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਸਿੰਸੀਅਰ ਨੇ ਪੰਜਾਬ ਬਾਰੇ, ਵੀ ਪੰਜਾਬ ਨੂੰ ਅਸੀਂ ਲੀਹਾਂ ਤੇ ਲੈ ਕੇ ਗਏ ਮੁੜ ਤੋਂ। ਉਹ ਰੰਗਲਾ ਪੰਜਾਬ ਜਿਹੜਾ ਸਾਡਾ 100 ਸਾਲ ਪਹਿਲਾਂ ਰੰਗਲਾ ਪੰਜਾਬ ਸੀ, ਮੁੜ ਉਹ ਕਬੱਡੀਆਂ ਘੋਲ, ਮੁੰਡੇ ਤਗੜੇ ਤਗੜੇ ਪਲੇਅਰ ਬਣ, ਚੰਗੇ ਸਰੀਰ, ਚੰਗੀਆਂ ਸਿਹਤਾਂ ਹੋਣ, ਤੇ ਉਹ ਫਿਰ ਵਾਪਸ ਲੈ ਕੇ ਆਉਣਾ ਚਾਹੁੰਦੇ ਪੰਜਾਬ। ਤੇ ਸਾਰੇ ਅਫਸਰਾਂ ਨੂੰ ਨਸੀਹਤਾਂ, ਭਾਵੇਂ ਸਾਡੇ SSP ਸਾਹਿਬਾਨ ਹੋਣ, DIG IG ਸਾਹਿਬਾਨ ਹੋਣ, DGP ਸਾਹਿਬ ਹੋਣ, ਹਰੇਕ ਨੂੰ ਇਹੋ ਨਸੀਹਤ ਹੈ ਕਿ ਹਿਰਨ ਸਮੈਕ ਵਾਲਾ ਤਸਕਰ ਕੋਈ ਨਹੀਂ ਬਖਸ਼ਣਾ। ਤੇ ਵੇਖੋ ਅਸੀਂ ਆਪਦੇ ਆਗੂਆਂ ਨੂੰ ਵੀ ਇਹ ਨਸੀਹਤ ਕੀਤੀ ਆ, ਜੇ ਕੋਈ ਹਿਰਨ ਸਮੈਕ ਵਾਲਾ ਜਾਂ ਕੋਈ ਗਲਤ ਅਨਸਰ ਥਾਣੇ ਫੜਿਆ ਜਾਂਦਾ, ਕਿਸੇ ਦੇ ਪਿੱਛੇ ਨਹੀਂ ਜਾਣਾ। ਪਹਿਲੀਆਂ ਪਾਰਟੀਆਂ ਰਵਾਇਤੀ ਪਾਰਟੀਆਂ 'ਚ ਇਹ ਹੋਣਾ ਵੀ ਵੋਟਾਂ ਦੀ ਖਾਤਰ ਪਿੱਛੇ ਚੱਲ ਜਾਣਾ ਥਾਣਿਆਂ ਦੇ ਵਿੱਚ, ਭਾਵੇਂ ਜਿੱਦਾਂ ਮਰਜ਼ੀ ਕਿਸੇ ਨੇ ਗਲਤ ਕੰਮ ਕੀਤਾ ਉਹਨੂੰ ਛਡਾ ਕੇ ਲੈ ਕੇ ਆਉਣਾ। ਤੇ ਮੈਂ ਤੇ ਹੁਣ ਨਾ ਸਟੇਜਾਂ ਤੋਂ, ਸਾਡਾ ਆਗੂ ਤੇ ਨਹੀਂ ਕੋਈ ਵੀ ਜਾਂਦਾ, ਮੈਂ ਤੇ ਸਟੇਜਾਂ ਤੋਂ ਇਹ ਗੱਲ ਕਹਿ ਦੇਣਾ, ਕਈ ਸਾਂਝੀਆਂ ਸਟੇਜਾਂ ਹੁੰਦੀਆਂ, ਜਿਵੇਂ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦੇ ਆ ਜਾਂ ਮੇਲਿਆਂ 'ਚ ਪ੍ਰੋਗਰਾਮ ਹੁੰਦੇ ਆ, ਉੱਥੇ ਮੈਂ ਕਹਿ ਦਿੰਦਾ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ, ਅਕਾਲੀ ਦਲ ਦੇ ਭਾਵੇਂ ਕੋਈ ਮੋਹਤਬਰ ਨੇ, ਕਾਂਗਰਸ ਦੇ ਨੇ, ਭਾਵੇਂ ਸਰਪੰਚ ਜਾਂ ਚੇਅਰਮੈਨ ਨੇ, ਮੈਂ ਬੇਨਤੀ ਕਰਦਾ ਹੱਥ ਜੋੜ ਕੇ ਆਪਾਂ ਪਹਿਲਾਂ ਆਪਣੇ ਪੰਜਾਬ ਨੂੰ ਬਚਾਈਏ। ਜੇ ਕੋਈ ਗਲਤ ਅਨਸਰ ਹੈਰੋਇਨ ਸਮੈਕ ਵਾਲਾ ਜਿਹਨੇ ਸਾਡੇ ਪੰਜਾਬ ਨੂੰ ਬਰਬਾਦ ਕੀਤਾ, ਜੇ ਉਹ ਫੜਿਆ ਜਾਂਦਾ ਤੇ ਉਹਦੇ ਪਿੱਛੇ ਕਦੀ ਨਾ ਜਾਓ। ਵੇਖੋ ਮੈਂ ਨਾ ਇਲੈਕਸ਼ਨ ਦੇ ਦੌਰ 'ਚ ਵੋਟਾਂ 'ਚ ਮੈਂ ਹਰ ਸਟੇਜ ਤੋਂ ਇਹ ਗੱਲ ਕਹਿੰਦਾ ਰਿਹਾ, ਹਰ ਸਟੇਜ ਤੋਂ ਮੇਰੀਆਂ ਤੁਸੀਂ ਸਪੀਚਾਂ ਕੱਢ ਕੇ ਵੇਖ ਸਕਦੇ ਜੇ, ਹਰ ਇੱਕ ਪਿੰਡ ਦੇ ਵਿੱਚ ਹਰੇਕ ਸਟੇਜ ਤੋਂ ਮੈਂ ਇਹੋ ਗੱਲ ਕਹਿੰਦਾ ਰਿਹਾ ਵੀ ਜਿਹਨੇ ਹਿਰਨ ਸਮੈਕ ਦਾ ਕਾਰੋਬਾਰ ਕਰਨਾ, ਜਿਹਨੇ ਜ਼ਹਿਰ ਵੇਚਣਾ, ਮੈਨੂੰ ਉਹ ਵੋਟ ਨਾ ਪਾਇਓ। ਮੈਂ ਸਰਕਾਰ ਬਣੀ ਤੋਂ ਬਾਅਦ ਵਿਕਣ ਨਹੀਂ ਜੀ ਦੇਣੀ ਪੱਟੀ, ਔਨ ਰਿਕਾਰਡ ਨੇ, ਔਨ ਰਿਕਾਰਡ ਆ ਇਹ ਗੱਲ। ਹਰ ਸਟੇਜ ਤੋਂ ਮੈਂ ਕਹਿੰਦਾ ਰਿਹਾ, ਜਦੋਂ ਮਰਜ਼ੀ ਮੇਰੀ ਫੇਸਬੁੱਕ ਖੋਲ ਕੇ ਉਹ 'ਚ ਵੇਖ ਲਿਓ, ਹਰ ਸਟੇਜ ਤੋਂ ਪੱਟੀ ਹਲਕੇ ਜੋ ਤੁਸੀਂ ਪੁੱਛ ਸਕਦੇ ਜੇ ਗੱਲ। ਤੇ ਵੇਖੋ ਉਹਨਾਂ ਲੋਕਾਂ ਮੈਨੂੰ ਵੋਟ ਵੀ ਨਹੀਂ ਪਾਈ, ਕਿਉਂਕਿ ਜੇ ਮੈਂ ਵੋਟਾਂ ਤੋਂ ਪਹਿਲਾਂ ਇਹ ਗੱਲ ਕਹੀ ਜਾਂਦਾ ਹਾਂ, ਲੀਡਰ ਬਹੁਤੇ ਇਹ ਕੋਸ਼ਿਸ਼ ਕਰਦੇ ਵੀ ਲਓ ਇੱਕ ਵਾਰ ਚੋਰ ਚੱਕਿਆਂ ਦੀ ਵੀ ਵੋਟ ਲੈ ਲਓ, ਸਾਰਿਆਂ ਦੀ ਲੈ ਲਓ, ਜਦੋਂ ਬਣ ਜੂ ਸਰਕਾਰ ਫਿਰ ਵੇਖੀ ਜਾਊ। ਪਰ ਮੈਂ ਇਹ ਗੱਲ ਪਹਿਲਾਂ ਹੀ ਕਹਿੰਦਾ ਰਿਹਾ, ਤੇ ਵੇਖੋ ਉਹਨਾਂ ਲੋਕਾਂ ਮੈਨੂੰ ਵੋਟ ਵੀ ਨਹੀਂ ਪਾਈ ਵੀ ਜੇ ਪਹਿਲਾਂ ਇਹ ਗੱਲ ਕਹੀ ਜਾਂਦਾ ਇਹ ਜਿੱਤਣ ਤੋਂ ਬਾਅਦ ਕਿੱਥੋਂ ਵੇਚਣ ਦੂ, ਉਹਨਾਂ ਨਹੀਂ ਪਾਈ ਮੈਨੂੰ, ਉਹਨਾਂ ਨੇ ਪਾਈ। ਸਾਡੇ ਪੱਟੀ ਦੇ ਵਿੱਚ 19 ਵਾਰਡਾਂ ਆ, 19 ਵਾਰਡਾਂ ਦੇ ਵਿੱਚੋਂ ਮੈਂ ਸਾਰੇ ਬੂਥ ਜਿੱਤਿਆ, ਸਾਰੀਆਂ ਵਾਰਡਾਂ ਜਿੱਤਿਆ 19 ਦੀਆਂ 19। ਇੱਕ ਵਾਰਡ ਆ 2 ਨੰਬਰ ਵਾਰਡ ਪੱਟੀ ਦੇ ਵਿੱਚ, ਉੱਥੇ ਇਹ ਕਾਰੋਬਾਰ ਪਿਛਲੀਆਂ ਸਰਕਾਰਾਂ ਨੇ ਬੜਾ ਪ੍ਰਫੁੱਲਤ ਕੀਤਾ। ਉਹ 2 ਵਾਰਡ ਦੇ ਵਿੱਚ ਇਹ ਹੈਰੋਇਨ ਸਮੈਕ ਦੇ ਤਸਕਰ ਜਿਹੜੇ ਆ ਵੱਡੀ ਗਿਣਤੀ 'ਚ ਰਹਿੰਦੇ ਆ। ਉਹਨਾਂ ਲੋਕਾਂ ਨੇ ਏਕਾ ਕਰਕੇ ਵੀ ਜੇ ਹੁਣ ਇਹ ਗੱਲ ਕਹੀ ਜਾਂਦਾ ਕਿੱਥੋਂ ਵਿਕਣ ਦੂ, ਉਹਨਾਂ ਸਾਰਿਆਂ ਹੀ ਇੱਕ ਤਰਫੀ ਵੋਟ ਅਕਾਲੀ ਦਲ ਨੂੰ ਪਾਈ। ਉਹ 2 ਵਾਰਡ ਦਾ ਇੱਕ ਬੂਥ ਮੈਂ ਰਿਹਾ ਜਿੱਥੇ ਉਹ ਲੋਕ ਰਹਿੰਦੇ ਆ। ਉਹਨਾਂ ਨੇ ਅਕਾਲੀ ਦਲ ਨੂੰ ਵੋਟ ਕਿਉਂ ਪਾਈ? ਤੇ ਵੇਖੋ ਅਕਾਲੀ ਦਲ ਨੇ ਇਹ ਗੱਲ ਕਹੀ ਹੋਊ ਵੀ ਵੇਚੋ ਜਿੰਨਾ ਮਰਜ਼ੀ ਜੋ ਮਰਜ਼ੀ ਕਰਿਓ। ਮੈਂ ਤੇ ਔਨ ਰਿਕਾਰਡ ਲੋਕਾਂ ਦੇ ਵਿੱਚ ਬੋਲਦਾ ਰਿਹਾ ਨਾ ਇਹ ਗੱਲ, ਤੇ ਉਹ ਫਿਰ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਹੋਵੇਗਾ ਉਥੋਂ ਅਕਾਲੀ ਦਲ ਜਿੱਤਿਆ ਉਹ ਵਾਰਡ ਚੋਂ, ਤੇ ਫਿਰ ਇਹੋ ਇਸ਼ਾਰਾ ਜਾਂਦਾ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੂੰ ਸ਼ਹਿ ਦਿੱਤੀ ਹੋਵੇਗੀ ਵੀ ਤੁਸੀਂ ਜੋ ਮਰਜ਼ੀ ਕਰਿਓ, ਵੋਟ ਮੈਨੂੰ ਦੇ ਦਿਓ। ਭੁੱਲਰ ਸਾਹਿਬ ਫਿਰ ਬਖਸ਼ ਦਿੱਤੇ ਉਹ ਬੰਦੇ ਜਿੱਦਾਂ ਤੁਸੀਂ ਜਿੰਨੇ ਕੌਨਫੀਡੈਂਸ ਨਾਲ ਕਿਹਾ ਕਿ ਭਾਈ ਉੱਥੇ ਕਾਰੋਬਾਰ ਚੱਲਦਾ ਸੀ, ਕਿ ਸਖਤੀ ਸੁਖਤੀ ਕੀਤੀ? ਪੂਰੀ ਸਖਤੀ ਜੀ, ਪੂਰੀ ਸਖਤੀ ਕੀਤੀ ਆ। ਵੇਖੋ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨਾਲ ਰਿਲੇਟਡ ਜਿੰਨੇ ਬੰਦੇ ਹੈਰੋਇਨ ਸਮੈਕ ਵਾਲੇ ਜਿਹੜੇ ਫੜੇ ਜਾਂਦੇ ਰਹੇ, ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਜਾਂ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ। ਕਿਉਂਕਿ ਜਿਹੜੇ ਬੰਦੇ ਨੂੰ ਲੱਪਿਆਂ ਨਾਲ ਖਾਣ ਦੀ ਆਦਤ ਪਈ ਹੋਵੇ ਉਹ ਚੁੰਮਚੇ ਨਾਲ ਨਹੀਂ ਖਾ ਸਕਦਾ, ਕਿਉਂਕਿ ਜਦੋਂ ਮੋਟੀ ਰਕਮ ਮੋਟੀ ਕਮਾਈ ਆਉਂਦੀ ਹੋਵੇ, ਬਿਨਾਂ ਕੰਮ ਕਰਨ ਤੋਂ, ਬਿਨਾਂ ਪਸੀਨਾ ਵਹਾਏ ਤੋਂ ਮੋਟੀ ਕਮਾਈ ਆਉਂਦੀ ਹੋਵੇ, ਉਹ ਹਟ ਨਹੀਂ ਸਕਦਾ ਆਦਤਾਂ ਤੋਂ। ਤੇ ਉਹ ਬੰਦੇ ਵੇਖੋ ਪਹਿਲਾਂ ਅਸੀਂ ਵਾਰਨਿੰਗ ਵੀ ਦਿੱਤੀ, ਸਾਰਾ ਕੁਝ ਕੀਤਾ, ਪਰ ਜਦੋਂ ਨਹੀਂ ਹਟੇ ਉਹ ਬੰਦੇ ਕਾਬੂ ਆਏ। FIR
FIR ਵੀ ਦਰਜ ਹੋਈਆਂ। ਤੇ ਵੇਖੋ ਜਿਹੜਾ ਘੁਣ ਲੱਗਾ ਹੈ ਸਾਡੇ ਪੰਜਾਬ ਨੂੰ, ਇੱਕ ਤਰ੍ਹਾਂ ਦਾ ਇਹ ਘੁਣ ਲੱਗਾ, ਜਿਹੜਾ ਘੁਣ ਲੱਗਾ ਇਹਨੂੰ ਹੌਲੀ ਹੌਲੀ ਦਵਾਈ ਪਾ ਕੇ ਇਹਨੂੰ ਮਾਰਾਂਗੇ, ਖਤਮ ਕਰਾਂਗੇ। ਜਿਹੜੀਆਂ ਮੂਰੀਆਂ ਸਾਡੇ ਦਰਖਤਾਂ ਦੇ ਵਿੱਚ ਘੁਣ ਨੇ ਕੀਤੀਆਂ, ਇਹਨੂੰ ਬੰਦ ਹੁੰਦਿਆਂ ਸਮਾਂ ਲੱਗਣਾ। ਜੇ ਅਸੀਂ ਕਹੀਏ ਰਾਤੋਂ ਦਿਨ ਚੜ੍ਹਦੇ ਹੀ ਇਹ ਖਤਮ ਕਰ ਦਈਏ, ਵੇਖੋ ਪਿਛਲਾ ਤਾਣਾ 70 ਸਾਲਾਂ ਦਾ ਵਿਗੜਿਆ ਤਾਣਾ ਹੈ, ਇਹਨੂੰ ਸੈੱਟ ਕਰਦਿਆਂ ਕਰਦਿਆਂ ਸਮਾਂ ਲੱਗਣਾ। ਆਪਾਂ ਆਪਣੇ ਘਰ ਦੀ ਗੱਲ ਕਰ ਲਈਏ, ਜੇ ਆਪਾਂ ਕਿਤੇ 10-20 ਦਿਨਾਂ ਲਈ ਆਪਣੇ ਘਰ ਤੋਂ ਬਾਹਰ ਹੀ ਚੱਲ ਜਾਈਏ ਤੇ ਘਰ ਦਾ ਮੂੰਹ ਦੂਜੇ ਬੰਨੇ ਲੱਗ ਜਾਂਦਾ। ਜੇ ਆਪਾਂ ਸਾਫ਼ ਸਫਾਈ ਕਰਨ ਲੱਗ ਪਈਏ ਤੇ ਮੈਨੂੰ ਉਮੀਦ ਹੈ 2-4 ਰਾਂ ਆਪਾਂ ਪਾਣੀ ਮਾਰ ਗਏ, ਲੀਰ ਮਾਰ ਗਏ, ਝਾੜੂ ਮਾਰ ਗਏ, ਫਿਰ ਜਾ ਕੇ ਸਫਾਈ ਹੋਣੀ ਆ, ਫਿਰ ਵੀ ਸਮੈਲ ਆਈ ਜਾਣੀ ਆ। ਜੇ 10 ਦਿਨ ਪਾਸੇ ਤੇ ਜਿਹੜਾ 70-75 ਸਾਲ ਦਾ ਤਾਣਾ ਬਾਣਾ ਵਿਗਾੜਿਆ, ਜਿਹੜਾ ਗੱਲ ਹੀ ਇਹੋ ਕਰ ਛੱਡੀ ਵੀ ਇਹ ਵੋਟਾਂ ਨੇ ਜੀ, ਇਹਨਾਂ ਨੂੰ ਛਡਾਉਣਾ ਹੈ, ਜੋ ਮਰਜ਼ੀ ਕਰਨ, ਉਹ ਜ਼ਿਆਦਾ ਸਿਸਟਮ ਭ੍ਰਿਸ਼ਟ ਕਰਤਾ। ਤੇ ਮੈਂ ਗੱਲ ਇਹ ਤਾਂ ਕਰਨ ਲੱਗਾ ਵੀ ਮੈਂ ਇਹ ਕਹਿੰਦਾ ਰਿਹਾ ਮੈਨੂੰ ਉਹਨਾਂ ਲੋਕਾਂ ਵੋਟਾਂ ਵੀ ਨਹੀਂ ਪਾਈਆਂ, ਤੇ ਜੇ ਪ੍ਰਮਾਤਮਾ ਨੇ ਬਾਬੇ ਨਾਨਕ ਨੇ ਆਪਾਂ ਨੂੰ ਕੁਰਸੀ ਦੇਣੀ ਸੀ ਤੇ ਬਾਬੇ ਨੇ ਫੇਰ ਜਿਤਾਤਾ, ਉਹਨਾਂ ਵੋਟਾਂ ਵੀ ਨਹੀਂ ਪਾਈਆਂ। ਤੇ ਮੈਂ ਉਹਨਾਂ ਅਕਾਲੀ ਦਲ ਕਾਂਗਰਸ ਦੇ ਜਿਹੜੇ ਨੁਮਾਇੰਦੇ ਨੇ ਪਿੰਡਾਂ ਦੇ ਵਿੱਚ ਜਾਂ ਸਾਡੀਆਂ ਸ਼ਹਿਰ ਦੀਆਂ ਵਾਰਡਾਂ ਦੇ ਵਿੱਚ, ਮੈਂ ਉਹਨਾਂ ਨੂੰ ਹਰ ਸਟੇਜ ਤੋਂ ਇਹ ਬੇਨਤੀ ਕਰਦਾ ਕਿ ਵੀਰੋ ਵੇਖੋ, ਇਹਨਾਂ ਜਿਹੜੇ ਸਾਡੇ ਪੰਜਾਬ ਦੇ ਦੁਸ਼ਮਣ ਨੇ, ਸਾਡੇ ਬੱਚਿਆਂ ਦੇ ਦੁਸ਼ਮਣ ਨੇ, ਜਿਹੜੇ ਜ਼ਹਿਰ ਵੇਚਦੇ ਆ, ਇਹਨਾਂ ਦਾ ਸਾਥ ਬਿਲਕੁਲ ਨਾ ਦਿਓ। ਵੇਖੋ ਜੇ ਮੈਂ ਜਿੱਤ ਗਿਆ ਇਹਨਾਂ ਦੀਆਂ ਵੋਟਾਂ ਤੋਂ ਬਿਨਾਂ ਤੇ ਤੁਸੀਂ ਵੀ ਸਰਪੰਚ ਚੇਅਰਮੈਨ ਬਣ ਜਾਓਗੇ। ਜੇ ਚੰਗੇ ਕੰਮ ਕਰੋਗੇ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਤੁਸੀਂ ਵੀ MLA ਬਣ ਜਾਓ। ਜੇ ਚੰਗੇ ਕੰਮ ਕਰੀਏ ਤਾਂ ਪ੍ਰਮਾਤਮਾ ਵੀ ਕਿਰਪਾ ਕਰਦਾ। ਤੇ ਜੇ ਆਪਾਂ ਉਹਨਾਂ ਜ਼ਹਿਰ ਵੇਚਣ ਵਾਲੇ ਸਮਗਲਰਾਂ ਦੇ ਜਿਹੜੇ ਮੌਤ ਦਾ ਵਪਾਰ ਕਰਦੇ ਉਹਨਾਂ ਦਾ ਸਾਥ ਦੇਵਾਂਗੇ ਤੇ ਮੈਨੂੰ ਨਹੀਂ ਮੇਰ ਵੀ ਪ੍ਰਮਾਤਮਾ ਸਾਨੂੰ ਬਖਸ਼ੂਗਾ। ਤੇ ਉਹ ਆਗਿਆ ਜਿਹੜੀ ਇਹਨਾਂ ਰਵਾਇਤੀ ਪਾਰਟੀਆਂ ਨੇ ਪਿੰਡ ਪਿੰਡ, ਸ਼ਹਿਰ ਸ਼ਹਿਰ, ਵਾਰਡ ਵਾਰਡ, ਗਲੀ ਗਲੀ, ਮਹੱਲੇ ਮਹੱਲੇ ਵਾੜਤੀ ਆ। ਤੇ ਇਹ ਪਤਾ ਨਹੀਂ ਲੱਗਣਾ ਇਹ ਅੱਗ ਕਿਹੜੇ ਵੇਲੇ ਸਾਡੇ ਘਰਾਂ 'ਚ ਦਸਤਕ ਦੇ ਦੇਣੀ, ਇਸ ਅੱਗ ਨੇ ਕਿਹੜੇ ਵੇਲੇ ਸਾਡੇ ਘਰਾਂ 'ਚ ਵੜ ਜਾਣੀ ਆ। ਤੇ ਵੇਖੋ ਜੇ ਅੱਗ ਵੜੇ ਨਾ ਤੇ ਇਸ ਅੱਗ ਦਾ ਸੇਕ ਜ਼ਰੂਰ ਲੱਗਾ ਹਰੇਕ ਪਰਿਵਾਰ ਨੂੰ, ਕਿਸੇ ਦੇ ਮਾਮੇ ਦਾ ਪੁੱਤ, ਕਿਸੇ ਦੇ ਚਾਚੇ ਦਾ ਪੁੱਤ, ਕਿਸੇ ਦਾ ਆਪਦਾ ਸਕਾ ਭਰਾ, ਕਿਸੇ ਦਾ ਆਪਦਾ ਪੁੱਤ। ਬੜੀ ਵੱਡੀ ਇਹ ਅੱਗ ਜਿਹੜੀ ਇਹਨੇ ਬੜਾ ਵੱਡਾ ਸਾਡੇ ਪੰਜਾਬ ਦਾ ਨੁਕਸਾਨ ਕੀਤਾ। ਉਹਨਾਂ ਨੁਕਸਾਨ 47 ਵੇਲੇ 65 71 84 ਵੇਲੇ ਨਹੀਂ ਹੋਇਆ ਜਿੰਨਾ ਨੁਕਸਾਨ ਹੁਣ ਇਸ ਨਸ਼ੇ ਨੇ, ਨਸ਼ਿਆਂ ਦੇ ਛੇਵੇਂ ਦਰਿਆ ਨੇ ਕਰਤਾ। ਬੜਾ ਵੱਡਾ ਨੁਕਸਾਨ ਕੀਤਾ। ਭੁੱਲਰ ਸਾਹਿਬ ਗੱਲਾਂ ਥੋੜੀਆਂ ਗੰਭੀਰ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਨੁਕਸਾਨ ਬਹੁਤ ਹੋਇਆ, ਪਰ ਜਦੋਂ ਕਿਸੇ ਵਿਗਿਆਨਕ ਦ੍ਰਿਸ਼ਟੀਕੋਣ ਵਾਲੇ ਬੰਦੇ ਨਾਲ, ਕਿਸੇ ਡਾਕਟਰ ਨਾਲ, ਮਾਹਿਰ ਨਾਲ ਗੱਲ ਕਰੀ ਤੇ ਉਹ ਕਹਿੰਦੇ ਜੀ ਇਕੱਲਾ ਨਸ਼ਾ ਸਪਲਾਈ ਚੇਨ ਤੋੜਨਾ, ਵਿਕਣਾ ਬੰਦ ਕਰਨਾ ਜ਼ਰੂਰੀ ਨਹੀਂ, ਉਹਦੇ ਤੋਂ ਵੀ ਜ਼ਰੂਰੀ ਹੈ ਕਿ ਉਸ ਬੰਦੇ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਵੇ, ਉਹਨੂੰ ਮਾਨਸਿਕ ਤੌਰ ਦੇ ਉੱਤੇ ਤਿਆਰ ਕੀਤਾ ਜਾਵੇ, ਸਾਈਕੈਟਰਿਸਟ ਉਪਲਬਧ ਕਰਾਏ ਜਾਣ ਤੇ ਮੁੜ ਕੇ ਕਿਤੇ ਨਾ ਕਿਤੇ ਉਹਦੀ ਨੌਕਰੀ ਦਾ, ਰੁਜ਼ਗਾਰ ਦਾ ਪ੍ਰਬੰਧ ਕਰਦਾ, ਉਹਦਾ ਧਿਆਨ ਨਹੀਂ ਨਾ ਇੱਧਰ ਜਾਵੇ। ਕੀ ਨਸ਼ੇ ਦੀ ਸਪਲਾਈ ਬੰਦ ਕਰਨ ਤੋਂ ਇਲਾਵਾ ਆਹ ਜਿਹੜੇ ਏਜੰਡੇ ਨੇ ਕਿਤੇ ਸਰਕਾਰ ਦੇ ਦ੍ਰਿਸ਼ਟੀਕੋਣ 'ਚ ਹੈਗੇ ਨੇ? ਬਿਲਕੁਲ। ਵੇਖੋ ਪਹਿਲਾਂ ਵੀ ਓਟ ਸੈਂਟਰ ਚੱਲ ਰਹੇ ਆ, ਉਹਦੇ ਬਾਅਦ ਅਸੀਂ ਨਵੇਂ ਓਟ ਸੈਂਟਰ ਵੀ ਲੈ ਕੇ ਆ ਰਹੇ ਹਾਂ ਜਿੱਥੇ ਬੱਚਿਆਂ ਦਾ ਜਿਹੜਾ ਇਹ ਡਰੱਗ ਇਹਨਾਂ ਦੀਆਂ ਨਾੜਾਂ ਦੇ ਵਿੱਚ ਰਾ ਚੁੱਕੀ ਆ ਵੀ ਉਹ ਛਡਾਇਆ ਜਾਵੇ ਨਸ਼ਾ। ਤੇ ਬੱਚਿਆਂ ਨੂੰ ਜਿਹੜੀ ਤੁਸੀਂ ਗੱਲ ਕੀਤੀ ਰੁਜ਼ਗਾਰ ਦੀ, ਡਾਕਟਰਾਂ ਨੂੰ ਹਦਾਇਤਾਂ ਕੀਤੀਆਂ ਕਿ ਜੇ ਕੋਈ ਬੱਚਾ ਤੁਹਾਡੇ ਕੋਲ ਆਉਂਦਾ ਇਲਾਜ ਕਰਾਉਣ ਲਈ ਉਹਦਾ ਫ੍ਰੀ ਕੀਤਾ ਜਾਵੇ, ਇਲਾਜ ਕੋਈ ਪੈਸਾ ਨਾ ਲਿਆ ਜਾਵੇ, ਉਹ ਤੋਂ ਕੋਈ ਚਾਰਜ ਨਾ ਕੀਤਾ ਜਾਵੇ। ਨਾਲ ਅਸੀਂ ਆਪਦੇ ਆਗੂਆਂ ਦੀ ਵੀ ਡਿਊਟੀ ਲਾਈ ਆ ਕਿ ਜਿਹੜੇ ਤੁਹਾਡੇ ਆਪਦੇ ਪਿੰਡ 'ਚ ਤੁਹਾਨੂੰ ਪਤਾ ਕਿ ਜਿਹੜੇ ਬੱਚੇ ਗਲਤ ਰਸਤੇ ਤੇ ਪੈ ਗਏ ਆ, ਉਹ ਮੁੜਨਾ ਚਾਹੁੰਦੇ ਆ ਵਾਪਸ ਬੱਚੇ, ਇਹ ਨਹੀਂ ਕਿ ਉਹ ਆਪਣਾ ਵੀ ਵਾਪਸ ਨਹੀਂ ਮੁੜਨਾ ਚਾਹੁੰਦੇ, ਉਹਨਾਂ ਦੀ ਉਹ ਮਜਬੂਰੀ ਬਣ ਗਈ ਆ। ਜਿਵੇਂ ਉਹ ਕਹਿ ਦਿੰਦੇ ਆ ਵੀ ਦਿਮਾਗ ਦੇ ਵਿੱਚ ਕੀਟਾਣੂ ਪੈਦਾ ਹੋ ਜਾਂਦੇ ਆ, ਉਹਨਾਂ ਬੱਚਿਆਂ ਦੀ ਮਜਬੂਰੀ ਬਣ ਗਈ, ਉਹ ਇੱਕ ਰੋਗੀ ਬਣ ਗਏ ਆ। ਜੇ ਰੋਗੀ ਬਣਾਤਾ ਇਹਨਾਂ ਲੋਕਾਂ ਨੇ ਉਹਨਾਂ ਨੂੰ, ਤੇ ਉਹ ਬੱਚੇ ਵੀ ਵਾਪਸ ਮੁੜਨਾ ਚਾਹੁੰਦੇ ਆ। ਤੇ ਅਸੀਂ ਆਪਦੇ ਆਗੂਆਂ ਨੂੰ ਵੀ ਇਹ ਕਿਹਾ ਕਿ ਉਹਨਾਂ ਬੱਚਿਆਂ ਦਾ ਜਾ ਕੇ ਹਸਪਤਾਲਾਂ 'ਚੋਂ ਇਲਾਜ ਕਰਾਓ, ਜਿੱਥੇ ਕਿਤੇ ਲੋੜ ਪੈਂਦੀ। ਮੈਂ ਖੁਦ ਡਾਕਟਰ ਸਾਹਿਬਾਨ ਨੂੰ ਫੋਨ ਕਰਕੇ ਕਹਿ ਦਿੰਦਾ ਕਿ ਬੱਚੇ ਦਾ ਇਲਾਜ ਕਰਨਾ ਵਾ, ਕੋਈ ਇਹ ਤੋਂ ਚਾਰਜ ਨਹੀਂ ਕਰਨਾ। ਤੇ ਉਹਦੇ ਬਾਅਦ ਗੱਲ ਰਹੀ ਰੁਜ਼ਗਾਰ ਦੀ, ਵੇਖੋ 7 ਮਹੀਨੇ ਗੱਲ 7 ਮਹੀਨੇ ਦੀ ਆਪਾਂ ਕਰ ਰਹੇ ਹਾਂ। 25,000 ਦੇ ਕਰੀਬ ਵੈਕੈਂਸੀਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀਆਂ ਬੱਚਿਆਂ ਨੂੰ ਦੇਤੀਆਂ ਹੋ ਗਈਆਂ, ਬਿਲਕੁਲ ਜਿਹੜੀਆਂ ਕੱਢੀਆਂ, ਉਹਦੇ ਚੋਂ ਕੁਝ ਜੁਆਇਨਿੰਗਾਂ ਹੋਣੀਆਂ, ਕੁਝ ਜੁਆਇਨਿੰਗਾਂ ਹੋ ਚੁੱਕੀਆਂ, ਟੈਸਟ ਹੋ ਚੁੱਕੇ ਆ ਤਕਰੀਬਨ ਬੱਚਿਆਂ ਦੇ, ਜਿਸ 'ਚ ਨਾਇਬ ਤਹਿਸੀਲਦਾਰ, ਪਟਵਾਰੀ, ਬੈਂਕਾਂ 'ਚ ਕਲਰਕ, ਪੁਲਿਸ ਡਿਪਾਰਟਮੈਂਟ ਦੇ ਵਿੱਚ, ਟੀਚਰ ਡਿਪਾਰਟਮੈਂਟ ਦੇ ਵਿੱਚ, ਹੋਰ ਕਈ ਡਿਪਾਰਟਮੈਂਟ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੈਕੈਂਸੀਆਂ, ਵੇਖੋ ਆਪਾਂ ਵੇਖੀਏ ਸਰਕਲਾਂ 'ਚ ਚੱਲ ਜੀਏ ਆਪਾਂ, ਪਟਵਾਰੀ ਸਰਕਲ 'ਚ ਇੱਕ ਪਟਵਾਰੀ ਕੋ 8-8 ਸਰਕਲ ਆ। ਉਹ ਕਿਤੇ ਨਾ ਕਿਤੇ ਵੇਖੋ ਨਲਾਇਕੀ ਰਹੀ ਪੁਰਾਣੀਆਂ ਸਰਕਾਰਾਂ ਦੀ। ਇੱਕ ਪਟਵਾਰੀ ਕੋ 8 ਸਰਕਲ, ਇੱਕ ਤੇ ਉਹ 8 ਪਿੰਡਾਂ ਦਾ 8 ਸਰਕਲਾਂ ਦਾ ਕੰਮ ਉਹ ਕਰ ਹੀ ਨਹੀਂ ਸਕਦਾ। ਜੇ ਕਰੂ ਵੀ ਤੇ ਉਹਨੇ ਭਾਰਾਂ ਤੇ ਪੈਣਾ, ਉੱਥੋਂ ਕਰਪਸ਼ਨ ਉੱਥੋਂ ਸ਼ੁਰੂ ਹੋਣੀ ਆ। ਜਦੋਂ ਪਿੰਡਾਂ ਵਾਲਿਆਂ ਨੂੰ ਪਤਾ ਵੀ ਜੇ ਕੰਮ ਅੱਜ ਕਰਾ ਲਿਆ, ਨਹੀਂ ਤੇ ਫੇਰ ਹਫਤੇ ਤੇ ਗੱਲ ਜਾ ਕੇ ਪੈ ਜਾਣੀ ਆ। ਤੇ ਅਗਲਾ ਮਾਰੀ ਦਾ ਪੈਸੇ ਦੇ ਕੇ ਕੰਮ ਕਰਾਉਂਦਾ ਵੀ ਮੈਂ ਅੱਜ ਕਰਾਣਾ, 8 ਦਿਨ ਦੇ ਪਿੱਛੇ ਪਿੱਛੇ ਤੁਰਿਆ ਫਿਰੂ। ਤੇ ਜੇ ਉਹ ਹਰ ਸਰਕਲ ਤੇ ਇੱਕ ਪਟਵਾਰੀ ਲਾਇਆ ਹੋਵੇ, ਆਪੇ ਨਾਲੇ ਕਰਪਸ਼ਨ ਨਾ ਹੋਵੇ, ਨਾਲੇ ਬੱਚਿਆਂ ਨੂੰ ਰੁਜ਼ਗਾਰ ਮਿਲੇ। ਇਸੇ ਤਰ੍ਹਾਂ ਹਰ ਡਿਪਾਰਟਮੈਂਟ ਦੇ ਵਿੱਚ ਇਵੇਂ ਆ। ਸਾਡੇ ਟਰਾਂਸਪੋਰਟ ਡਿਪਾਰਟਮੈਂਟ ਦੀ ਗੱਲ ਕਰ ਲਓ, ਜਿੰਨੇ ਸਾਨੂੰ ਅਧਿਕਾਰੀ ਚਾਹੀਦੇ ਉਹਨੇ ਅਧਿਕਾਰੀ ਨਹੀਂ ਹੈਗੇ। ਜੇ ਅਸੀਂ ਜੇ ਕੋਈ ਕਰਪਸ਼ਨ ਕਰਦਾ, ਜੇ ਉਹਨੂੰ ਪਾਸੇ ਕਰਨਾ,
ਬਦਲਣਾ ਜਾਂ ਉਹਨੂੰ ਸਸਪੈਂਡ ਕਰਨਾ, ਸਾਨੂੰ ਮਗਰ ਸੋਚ ਇਹ ਬਣੀ ਹੁੰਦੀ ਆ ਵੀ ਨਵਾਂ ਅਧਿਕਾਰੀ ਜਿਹੜਾ ਪਹਿਲਾਂ ਭਰਤੀ ਕਰੀਏ ਜਾਂ ਉਹਦੀ ਟ੍ਰਾਂਸਫਰ ਕਰਨੀ ਜਾਂ ਬਦਲ ਕੇ ਲਾਈਏ ਜਾਂ ਉਹਨੂੰ ਤਰੱਕੀ ਦੇਈਏ, ਕਿਸੇ ਅਧਿਕਾਰੀ ਨੂੰ ਜਾਂ ਤਰੱਕੀ ਦੇ ਕੇ ਉੱਥੇ ਲੈ ਕੇ ਆਈਏ। ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਭਰਤੀਆਂ ਹੀ ਨਹੀਂ ਕੀਤੀਆਂ ਗਈਆਂ, ਜ਼ਿਆਦਾ ਸਿਸਟਮ ਵਿਗਾੜ ਕੇ ਰੱਖ ਦਿੱਤਾ ਗਿਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗਾਂ ਹੁੰਦੇ ਰਹਿੰਦੀਆਂ, ਕੈਬਨਿਟ 'ਚ ਵੀ ਬਈਦਾ, ਗੱਲਾਂ ਸੁਣਦੇ ਰਹੀਦਾ, ਬੜੇ ਵਧੀਆ ਵਿਚਾਰ ਨੇ ਮੁੱਖ ਮੰਤਰੀ ਸਾਹਿਬ ਦੇ। ਤੇ ਜਿੰਨੇ ਵੀ ਮਹਿਕਮੇ ਨੇ, ਹਰੇਕ ਮਹਿਕਮੇ ਦੇ ਵਿੱਚ ਜਿਹੜੀਆਂ ਪੋਸਟਾਂ ਉਹ ਸਾਰੀਆਂ ਭਰ ਲਈਆਂ ਜਾਣਗੀਆਂ। ਬੱਚਿਆਂ ਨੂੰ ਰੁਜ਼ਗਾਰ ਵੀ ਦੇਵਾਂਗੇ, ਇੱਥੇ ਨਵੇਂ ਜਿਹੜੇ ਆ ਉਹ ਪਲਾਂਟ ਵੀ ਲਾਏ ਜਾਣਗੇ, ਇੰਡਸਟਰੀ ਲੈ ਕੇ ਆਉਣਗੇ ਮੁੱਖ ਮੰਤਰੀ ਸਾਹਿਬ। ਵੇਖੋ ਜਿੰਨੀ ਵਾਰ ਵਿਦੇਸ਼ ਗਏ ਆ, ਨਹੀਂ ਤੇ ਆਪਾਂ ਵੇਖਦੇ ਰਹੇ ਸਾਡੇ ਜਿਹੜੇ ਪਹਿਲੇ ਮੁੱਖ ਮੰਤਰੀ ਵਿਦੇਸ਼ ਜਾ ਕੇ ਤੇ ਘੁੰਮਣ ਫਿਰਨ 'ਚ ਯਕੀਨ ਰੱਖਦੇ, ਕਿਸੇ ਪਲਾਟ ਵਾਲੇ ਨਾਲ ਨਹੀਂ ਗੱਲ ਕਰਦੇ, ਕਿਸੇ ਇੰਡਸਟਰੀਅਲ ਨਾਲ ਨਹੀਂ ਗੱਲ ਕਰਦੇ। ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੰਨੇ ਇੰਡਸਟਰੀਅਲ ਬਾਹਰ ਬੈਠੇ ਆ, ਭਾਵੇਂ ਚਲੋ ਕੋਈ ਆਵੇ ਨਾ ਆਵੇ, ਸਾਡਾ ਫਰਜ਼ ਹੈ ਮਿਹਨਤ ਕਰਨੀ, ਕਿਸੇ ਨੂੰ ਕਹਿਣਾ ਵੀ ਸਾਡੇ ਪੰਜਾਬ 'ਚ ਆ ਕੇ ਆਪਦਾ ਪਲਾਟ ਲਾਓ। ਤੇ ਮੁੱਖ ਮੰਤਰੀ ਸਾਹਿਬ ਉਹ 'ਚ ਕਾਮਯਾਬੀ ਹੋ ਰਹੇ ਆ ਰਹੇ ਆ, ਇੱਧਰ ਨੂੰ ਲੋਕ ਮੁਹਾਰ ਹੋ ਰਿਹਾ। ਤੇ ਜੇ ਗੱਲ ਕਰੀਏ ਆਪਾਂ ਟਰੱਕ ਯੂਨੀਅਨਾਂ ਦੀ, ਲੰਮੇ ਸਮੇਂ ਤੋਂ ਟਰੱਕ ਯੂਨੀਅਨਾਂ ਨੇ ਵੀ ਸ਼ੋਸ਼ਣ ਕੀਤਾ ਸਾਡੇ ਪੰਜਾਬ ਦਾ। ਤੇ ਉਹ ਟਰੱਕ ਯੂਨੀਅਨ ਕਿਹਦੀ ਹੁੰਦੀ ਸੀ? ਮੌਜੂਦਾ ਸਰਕਾਰ ਦੇ ਉੱਥੋਂ ਦੇ ਹਾਕਮ ਦੀ, MLA ਦੀ। ਉਹ ਲੁੱਟ ਖੋਹ ਹੋਣੀ, ਲੋਕਾਂ ਦੀ ਜਿਹੜੇ ਛੇਲਣ ਵਾਲੇ ਆਉਣੇ ਜਾਂ ਇੰਡਸਟਰੀ ਵਾਲੇ ਆਉਣੇ, ਕਹਿਣਾ ਵੀ ਅਸੀਂ ਢੋਣਾ ਤੇ ਕਿਰਾਏ ਲੈਣੇ ਡਬਲ ਨੂੰ ਵੀ ਵੱਧ। ਉਹ ਵੀ ਟਰੱਕ ਯੂਨੀਅਨਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜਿੱਥੋਂ ਮਰਜ਼ੀ ਕੋਈ ਲੈ ਕੇ ਆਪਦਾ ਟਰੱਕ, ਆਪਦਾ ਵਹੀਕਲ ਲੈ ਕੇ ਆਪਦਾ ਕੰਮ ਕਰ ਸਕਦਾ, ਆਪਦੀ ਫੈਕਟਰੀ ਦਾ। ਉਹਦੇ ਨਾਲ ਜਿਹੜੀ ਇੰਡਸਟਰੀ ਆ ਉਹ ਪੰਜਾਬ ਵੱਲ ਨੂੰ ਮੂੰਹ ਕਰ ਰਹੀ ਆ। ਬੜਾ ਫਰਕ ਪੈ ਰਿਹਾ ਪੰਜਾਬ ਦਾ। ਪੰਜਾਬ ਮੁੜ ਧੌਲੀਆਂ ਤੇ ਆਊਗਾ। ਬੱਚਿਆਂ ਲਈ ਰੁਜ਼ਗਾਰ ਤਾਂ ਹੀ ਆ ਸਕਦਾ ਜੇ ਅਸੀਂ ਇੰਡਸਟਰੀ ਵੀ ਇੱਥੇ ਲੈ ਕੇ ਆਈਏ। ਕਿਸੇ ਬੱਚੇ ਨੂੰ ਸਰਕਾਰੀ ਜੌਬ ਮਿਲ ਜੇ, ਕਿਸੇ ਬੱਚੇ ਨੂੰ ਪ੍ਰਾਈਵੇਟ ਜੌਬ ਮਿਲ ਜੇ। ਤੇ ਪ੍ਰਾਈਵੇਟ ਜੌਬਾਂ ਵੀ ਜੇ ਬੱਚੇ ਸਾਡਿਆਂ ਨੇ ਇੰਜੀਨੀਅਰਿੰਗ ਕੀਤੀ ਆ, PhD ਕੀਤੀ ਆ ਜਾਂ ਚੰਗੀਆਂ ਪੜ੍ਹਾਈਆਂ ਕੀਤੀਆਂ, ਚੰਗੀ ਯੋਗਤਾ, ਤੇ ਪ੍ਰਾਈਵੇਟ ਵੀ ਲੱਖ 1.5 ਲੱਖ ਤੱਕ ਤਨਖਾਹਾਂ ਹੈਗੀਆਂ ਚੰਗੀਆਂ ਫਰਮਾਂ ਦੇ ਵਿੱਚ, ਚੰਗੀਆਂ ਕੰਪਨੀਆਂ ਦੇ ਵਿੱਚ। ਭੁੱਲਰ ਸਾਹਿਬ ਮੈਨੂੰ ਇੱਕ ਗੱਲ ਦੱਸਿਓ, ਜਦੋਂ ਆ ਜਿਹੜੀਆਂ ਨੌਕਰੀਆਂ ਤੁਸੀਂ ਕਿਹਾ 26-28 ਹਜ਼ਾਰ ਦੇਤੀਆਂ, ਹੋਰ ਦੇਣੀਆਂ, ਵਿਰੋਧੀ ਧਿਰਾਂ ਦੋਸ਼ ਲਾਉਂਦੀਆਂ ਕਿ ਦਿੱਲੀ ਵਾਲੇ ਕਹਿੰਦੇ ਆ ਤਾਂ ਕੰਮ ਕਰਦੇ, ਤੁਹਾਨੂੰ ਪੁੱਛ ਕੇ ਕੰਮ ਕਰਨਾ ਆਪਣੇ ਡਿਪਾਰਟਮੈਂਟ ਦਾ ਪੈਂਦਾ ਕਿ ਸਿੱਧਾ ਆਪ ਹੀ ਕਰਦੇ ਹੋ? ਵੇਖੋ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਪ੍ਰੋਪੋਗੰਡੇ ਕਰਨਾ। ਵੇਖੋ ਸਿਆਸਤ ਕਿਹਨੂੰ ਕਹਿੰਦੇ? ਉਹ ਸਿਆਸਤ ਕਰਦੇ ਆ, ਸਾਡਾ ਕੰਮ ਸੇਵਾ ਕਰਨਾ। ਵੇਖੋ ਮੇਰਾ ਡਿਪਾਰਟਮੈਂਟ ਆ, ਮੈਂ ਜਿੱਥੇ ਮੈਨੂੰ ਲੱਗਦਾ ਨਾ ਵੀ ਇੱਥੇ ਸਾਡੇ ਡਿਪਾਰਟਮੈਂਟ ਦਾ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਣਾ, ਮੈਂ ਆਪ ਉਹ ਸਟੈਪ ਚੁੱਕਦਾ, ਮੈਂ ਆਪ ਉਹ ਕੰਮ ਕਰਦਾ। ਕਦੀ ਵੀ ਇਹ ਨਹੀਂ ਪੁੱਛਣਾ ਪਿਆ ਵੀ ਮੈਂ ਦਿੱਲੀੋਂ ਹੁਕਮ ਆਊਗਾ ਜਾਂ ਦਿੱਲੀ ਮੈਂ ਫੋਨ ਕਰੂੰ ਫੇਰ। ਵੇਖੋ ਦਿੱਲੀ ਜਿਹੜੇ ਸਾਡੇ ਲੀਡਰ ਬੈਠੇ ਸਨਮਾਨਯੋਗ ਨੇ, ਮਾਨਯੋਗ ਸਾਡੇ ਰਾਜ ਸਭਾ ਮੈਂਬਰ ਰਾਘਵ ਚੱਡਾ ਜੀ, ਸਾਡੇ ਸਨਮਾਨਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸਾਡੇ ਬਹੁਤ ਨੇ। ਪਰ ਇੱਥੇ ਪੰਜਾਬ ਦੇ ਵਿੱਚ ਉਹਨਾਂ ਸਾਨੂੰ ਪੂਰੇ ਅਖਤਿਆਰ ਦਿੱਤੇ ਆ, ਪੂਰੀ ਖੁੱਲ੍ਹ ਦਿੱਤੀ ਆ ਕਿ ਆਪਾਂ ਇਮਾਨਦਾਰੀ ਨਾਲ, ਨੇਕ ਨੀਤੀ ਨਾਲ ਆਪਣਾ ਜਿਹੜਾ ਤੁਹਾਨੂੰ ਡਿਪਾਰਟਮੈਂਟ ਦਿੱਤਾ ਇਹਨੂੰ ਬੁਲੰਦੀਆਂ ਤੇ ਲੈ ਕੇ ਜਾਣਾ। ਜਿੱਥੇ ਵੀ ਜਿਹੜੇ ਕੰਮ ਦੀ ਲੋੜ ਆ ਆਪਦੇ ਮਹਿਕਮੇ ਦੇ ਸੈਕਟਰੀ ਨਾਲ ਮੀਟਿੰਗ ਕਰੋ, ਜੇ ਉਹਦੇ ਤੋਂ ਨਹੀਂ ਹੱਲ ਹੁੰਦਾ ਚੀਫ ਸੈਕਟਰੀ ਨਾਲ ਮੀਟਿੰਗ ਕਰੋ, ਜੇ ਨਹੀਂ ਹੁੰਦਾ CM ਸਾਹਿਬ ਨੂੰ ਦੱਸੋ ਵੀ ਆਹ ਕੰਮ ਹੱਲ ਨਹੀਂ ਹੁੰਦਾ, ਸਾਨੂੰ ਦਿੱਲੀ ਤੱਕ ਨਹੀਂ ਜਾਣਾ ਪੈਂਦਾ, ਇੱਥੇ ਹੀ ਸਾਡਾ ਹੱਲ ਹੋ ਜਾਂਦਾ। ਤੇ ਇਹ ਜਿਹੜੇ ਵਿਰੋਧੀ ਆ ਪ੍ਰੋਪੋਗੰਡੇ ਕਰਦੇ ਹੁੰਦੇ, ਹਮੇਸ਼ਾ ਇਸ ਤਰ੍ਹਾਂ ਹੀ ਚੱਲਦਾ। ਤੇ ਜੇ ਗੱਲ ਆਪਾਂ ਇਹਨਾਂ ਰਵਾਇਤੀ ਪਾਰਟੀਆਂ ਦੀ ਕਰੀਏ ਤੇ ਜੇ ਕਾਂਗਰਸ ਆ ਉਹ ਵੀ ਤੇ ਦਿੱਲੀ ਤੋਂ ਚੱਲਦੀ ਆ। ਜੇ ਗਾਂਧੀ ਪਰਿਵਾਰ ਦਾ ਹੁਕਮ ਹੋਵੇ ਤੇ ਇੱਥੇ ਪੱਤਾ ਹਿਲਦਾ ਕਾਂਗਰਸ 'ਚ, ਤੇ ਜੇ ਹੁਕਮ ਨਾ ਹੋਵੇ ਕਾਂਗਰਸ 'ਚ ਪੱਤਾ ਤੱਕ ਨਹੀਂ ਹਿਲਦਾ। ਤੇ ਜੇ ਆਪਾਂ ਗੱਲ ਅਕਾਲੀ ਦਲ ਦੀ ਕਰੀਏ ਤੇ ਇਹਨਾਂ ਦਾ ਵੀ ਤੇ ਗੱਠਜੋੜ BJP ਨਾਲ ਰਿਹਾ, ਜੋ ਉਤੋਂ BJP ਦੇ ਆਕਾ ਨੇ ਕਹਿਣਾ ਉਹੀ ਇੱਥੇ ਹੋਣਾ। ਹੁਣ ਜੇ ਗੱਠਜੋੜ ਤੋੜਿਆ ਉਹ ਸਿਰਫ ਇੱਕ ਨਾਂ ਦਾ ਗੱਠਜੋੜ ਤੋੜਿਆ, ਗੱਠਜੋੜ ਅੱਜ ਵੀ ਪੂਰਾ ਬਰਕਰਾਰ ਆ। ਤੇ ਜੇ ਆਪਾਂ ਗੱਲ ਕਰੀਏ ਵਿਧਾਨ ਸਭਾ ਸੈਸ਼ਨ ਆ ਜਿਹੜਾ ਹੁਣ ਚੱਲਿਆ ਸਾਡਾ ਪਿਛਲੇ 4-5 ਦਿਨ, ਉਹਦੇ ਵਿੱਚ ਵੀ ਜੋ BJP ਉਤੋਂ ਅਮਿਤ ਸ਼ਾਹ ਜੀ, ਮੋਦੀ ਜੀ ਜੋ ਕਹਿੰਦੇ ਰਹੇ ਆ ਤੇ ਕਾਂਗਰਸ ਦੇ MLA ਸਾਹਿਬਾਨ ਉਹੀ ਕਰਦੇ ਰਹੇ, ਉਵੇਂ ਹੀ ਚੱਲਦਾ ਰਿਹਾ। ਸੈਸ਼ਨ ਦੇ ਵਿੱਚ ਰੌਲਾ ਰੱਪਾ ਹੀ ਪਾ ਛੱਡਿਆ, ਇਹਨਾਂ ਨੇ ਕੁਝ ਨਹੀਂ ਹੋਣ ਦਿੱਤਾ, ਨਾ ਕੋਈ ਇਹਨਾਂ ਮੁੱਦਾ ਚੁੱਕਿਆ। ਵੇਖੋ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਵੀ ਪੰਜਾਬ ਦੇ ਮੁੱਦੇ, ਆਪਾਂ ਪੰਜਾਬੀਆਂ ਦੀ ਗੱਲ ਕਰੀਏ, ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ, ਤੇ ਉੱਥੇ ਸਿਰਫ ਗੱਲਾਂ ਇਹੋ ਹੀ ਹੋਈਆਂ ਵੀ ਅਸੀਂ ਸੈਸ਼ਨ ਚੱਲਣ ਹੀ ਨਹੀਂ ਦੇਣਾ। ਅੱਛਾ, ਮੈਨੂੰ ਮੰਤਰੀ ਸਾਹਿਬ ਇੱਕ ਚੀਜ਼ ਹੋਰ ਸਮਝਾਇਆ। ਮੈਂ 2 ਸਵਾਲ ਇਕੱਠੇ ਤੁਹਾਡੇ ਡਿਪਾਰਟਮੈਂਟ ਦੇ ਪੁੱਛ ਕੇ ਫਿਰ ਤੁਹਾਡੀ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਪਾਸੇ ਵੀ ਆਉਣਾ। ਜਦੋਂ ਮੈਂ ਸਕੂਲ ਕਾਲਜ ਦੇ ਵਿੱਚ ਪੜ੍ਹਦਾ ਸੀ, ਸਾਡੇ ਪਿੰਡਾਂ 'ਚ ਰੋਡਵੇਜ ਦੀ ਬੱਸ ਆਉਂਦੀ ਸੀ, ਅਸੀਂ ਪਿੰਡੋਂ ਚੜ੍ਹੀਦਾ ਸੀ, ਤੁਸੀਂ ਵੀ ਸ਼ਾਇਦ ਤੁਹਾਡੇ ਆਲੇ ਦੁਆਲੇ ਵੀ। ਹੌਲੀ ਹੌਲੀ ਇਹ ਕਹਿ ਕੇ ਸਮੇਂ ਦੀਆਂ ਸਰਕਾਰਾਂ ਨੇ ਉਹ ਬੰਦ ਕਰਤੀਆਂ ਜੀ ਘਾਟੇ ਵਾਲਾ ਰੂਟ ਆ, ਇਹਦੇ ਵਿੱਚ ਸਵਾਰੀ ਘੱਟ ਪੈਂਦੀ ਹੈ। ਜਦ ਕਿ ਲੋਕਤੰਤਰ ਹੈ, ਇੱਥੇ ਘਾਟਾ ਵਾਧਾ ਨਹੀਂ, ਇੱਥੇ ਲੋਕਾਂ ਨੂੰ ਸਰਵਿਸ ਦੇਣੀ ਹੁੰਦੀ ਹੈ। ਕੀ ਅੱਜ ਕੱਲ੍ਹ ਸਾਲ 2 ਸਾਲ 3 ਸਾਲ ਨੂੰ ਤੁਹਾਡੇ ਟਰਾਂਸਪੋਰਟ ਵਿਭਾਗ ਦੇ ਏਜੰਡੇ ਦੇ ਉੱਤੇ ਇਹ ਗੱਲ ਹੋਊਗੀ ਕਿ ਭਾਈ ਆਪਾਂ ਕਈ ਪਿੰਡਾਂ 'ਚ ਪੰਜਾਬ 'ਚ ਬੱਸਾਂ ਹੈ ਹੀ ਨਹੀਂ, ਜਾਂਦੀਆਂ ਹੀ ਨਹੀਂ, ਸਾਰੇ ਲੋਕਾਂ ਕੋਲ ਵਹੀਕਲ ਨਹੀਂ, ਕਿ ਕੀ ਉੱਧਰਲੇ ਪਾਸੇ ਨੂੰ ਕਦੇ ਬੱਸਾਂ ਲਾਓਗੇ ਚਾਹੇ ਘਾਟਾ ਪਵੇ? ਦੂਸਰਾ, ਰਾਜਾ ਵੜਿੰਗ ਸਾਹਿਬ ਤੁਹਾਡੇ ਤੋਂ ਪਹਿਲਾਂ ਮਿਨਿਸਟਰ ਹੁੰਦੇ ਸੀ, ਉਹਨਾਂ ਨੇ ਬੱਸਾਂ ਫੜ ਚੱਕ ਕੇ ਅੰਦਰ ਦੇ ਦਿੱਤੀਆਂ,
ਉਹ ਤੁਸੀਂ ਨਹੀਂ ਬੱਸਾਂ ਅੰਦਰ ਦੇਣੀਆਂ, ਜਾਣੀ ਕਿਤੇ ਫਰੈਂਡਲੀ ਮੈਚ ਤਾਂ ਨਹੀਂ ਕਿ ਭਾਈ ਕੋਈ ਗੱਲ ਨਹੀਂ ਹੁਣ ਜਿਹੜਾ ਪਿੱਛੇ ਤੁਸੀਂ ਕਰਤਾ, ਜਾਣੀ ਜੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਬਹੁਤ ਲੁੱਟਿਆ ਜੀ ਪੰਜਾਬ ਨੂੰ, ਜੇ ਲੁੱਟਿਆ ਤਾਂ ਕਾਰਵਾਈ ਹੋਵੇ। ਵੇਖੋ ਰਾਜਾ ਵੜਿੰਗ ਜੀ ਟਰਾਂਸਪੋਰਟ ਮਿਨਿਸਟਰ ਮੇਰੇ ਤੋਂ ਪਹਿਲਾਂ ਰਹੇ ਤੇ ਉਹਨਾਂ ਨੇ 2 ਪਰਿਵਾਰਾਂ ਦੀਆਂ ਬੱਸਾਂ ਬੰਦ ਕੀਤੀਆਂ, ਬਾਦਲ ਪਰਿਵਾਰ ਦੀਆਂ ਤੇ ਡਿੰਪੀ ਢਿੱਲੋਂ ਦੀਆਂ। ਠੀਕ ਹੈ ਜੀ। ਸਿਰਫ ਉਹਨਾਂ ਦੀਆਂ ਬੱਸਾਂ ਤਾਂ ਬੰਦ ਕੀਤੀਆਂ, ਡਿੰਪੀ ਢਿੱਲੋਂ ਉੱਥੋਂ ਇਲੈਕਸ਼ਨ ਲੜਦਾ ਸੀ ਗਿੱਦੜਬਾਹੇ ਤੋਂ। ਠੀਕ ਹੈ। ਤੇ ਉਹਦੇ ਬਾਅਦ ਬਾਦਲ ਪਰਿਵਾਰ ਉਹ ਵੀ ਉੱਥੇ ਡਿੰਪੀ ਢਿੱਲੋਂ ਦੀ ਸਪੋਰਟ ਕਰਦੇ, 2 ਪਰਿਵਾਰਾਂ ਨੂੰ ਸੇਕ ਲਾਇਆ। ਤੇ ਕੀ ਗੱਲ, ਇਹ 2 ਪਰਿਵਾਰ ਹੀ ਟੈਕਸ ਚੋਰੀ ਕਰਦੇ। ਕਾਂਗਰਸ ਦੇ ਵਿੱਚ MP MLA ਨੇ ਜਿਨ੍ਹਾਂ ਦੀਆਂ ਬੱਸਾਂ ਚੱਲਦੀਆਂ ਉਹ ਵੀ ਟੈਕਸ ਦੀ ਚੋਰੀ ਕਰਦੇ। ਆ ਹੁਣ ਐਮਨੈਸਟੀ ਸਕੀਮ ਜਦੋਂ ਲਿਆਂਦੀ ਆ ਜੀ, ਉਹਦੇ 'ਚ ਇਹ ਸਾਡਾ 49 ਕਰੋੜ ਰੁਪਇਆ ਜਿਹੜਾ ਟੈਕਸ ਆ ਸਾਨੂੰ ਆਇਆ। ਉਹਦੇ 'ਚ ਜਿਹੜੇ ਕਾਂਗਰਸ ਦੇ MLA ਆ ਉਹਨਾਂ ਨੇ 2017 ਤੋਂ ਲੈ ਕੇ 22 ਤੱਕ ਟੈਕਸ ਨਹੀਂ ਤਾਰਿਆ, ਜਿਨ੍ਹਾਂ ਦੀਆਂ ਬੱਸਾਂ ਸੀ 5 ਸਾਲ ਟੈਕਸ ਹੀ ਨਹੀਂ ਤਾਰਿਆ। ਹੁਣ ਐਮਨੈਸਟੀ 'ਚ ਉਹਨਾਂ ਟੈਕਸ ਤਾਰਿਆ, ਜੋ ਬਣਦਾ ਸਾਰਾ ਦੇਤਾ ਪਰ ਤੇ ਫਿਰ ਉਹ 5 ਸਾਲ ਐਂਡ ਤੇ ਬਣੇ 5 ਸਾਲਾਂ ਦੇ। ਜੇ ਵਾਕਈ ਰਾਜਾ ਵੜਿੰਗ ਜੀ ਪੰਜਾਬ ਤੈਸ਼ੀ ਸਨ ਤੇ ਫਿਰ ਉਹਨਾਂ ਦੀਆਂ ਬੱਸਾਂ ਵੀ ਫੜਨੀਆਂ ਚਾਹੀਦੀਆਂ ਸੀ। ਤੇ ਇਹ ਬੱਸਾਂ ਸਿਰਫ ਇੱਕ ਨਾਟਕ ਕੀਤਾ ਗਿਆ। ਉਦੋਂ ਕਿਹਾ ਗਿਆ ਕਿ ਬੱਸਾਂ ਪੱਕੀਆਂ ਬੰਦ ਹੋ ਜਾਣਗੀਆਂ, ਮੈਂ ਕਰ ਦੂੰ ਤੇ ਉਹ ਬੱਸਾਂ ਫੇਰ ਉਹ ਚੱਲਣ ਦੀਆਂ। ਉਹਦੇ ਬਾਅਦ ਹੋਇਆ ਇਸ ਤਰ੍ਹਾਂ, ਟੈਕਸ ਡਿਫਾਲਟਰ ਸਨ ਬਾਦਲ ਵੀ, ਉਹਨਾਂ ਵੀ ਟੈਕਸ ਦੇਣਾ। ਇਹ ਨਹੀਂ ਮੈਂ ਕਹਿੰਦਾ ਵੀ ਉਵੇਂ ਹੀ ਫੜ ਕੇ ਅੰਦਰ ਕਰਤੀਆਂ ਟੈਕਸ ਡਿਫਾਲਟਰ, ਪਰ ਫੜਨੀਆਂ ਸਾਰੀਆਂ ਚਾਹੀਦੀਆਂ ਸੀ। ਜਿਹੜੇ ਹੋਰ ਵੀ ਬੰਦੇ ਆ ਜਿਨ੍ਹਾਂ ਨਹੀਂ ਟੈਕਸ ਤਾਰੇ, ਸਾਰਿਆਂ ਨੂੰ ਇੱਕੋ ਆਖਣਾ ਵੇਖਣਾ ਚਾਹੀਦਾ ਸੀ। ਉਹ ਸਿਰਫ 2 ਪਰਿਵਾਰਾਂ ਦੀਆਂ ਫੜੀਆਂ। ਉਹਨਾਂ ਕੀ ਕੀਤਾ, ਉਹਨਾਂ ਉਦੋਂ ਸਾਰੇ ਟੈਕਸ ਟੁਕਸ ਤਾਰ ਕੇ ਸਾਰਾ ਕੁਝ ਸਹੀ ਕਰ ਲਿਆ। ਉਹਦੇ ਬਾਅਦ ਚਲੋ ਛੋਟੀ ਜਾਣੀਆਂ ਉਹਨਾਂ ਦੀਆਂ ਬੱਸਾਂ। ਗੱਲ ਤਾਂ ਹੀ ਜੇ ਰਾਜਾ ਵੜਿੰਗ ਜੀ ਜਿਹੜੇ ਕਾਂਗਰਸ ਦੇ MP ਨੇ MLA ਨੇ, ਉਹਨਾਂ ਦੀਆਂ ਵੀ ਟਰਾਂਸਪੋਰਟਾਂ ਚੱਲਦੀਆਂ, ਜੇ ਉਹਨਾਂ ਦੀਆਂ ਬੱਸਾਂ ਵੀ ਬੰਦ ਕਰਦੇ, ਇਕੱਲੇ 2 ਪਰਿਵਾਰ ਤੇ ਡਿਫਾਲਟਰ ਨਹੀਂ, ਇਹ ਤਕਰੀਬਨ ਹੀ ਜਿੰਨੇ ਰਵਾਇਤੀ ਪਾਰਟੀਆਂ ਦੇ ਟਰਾਂਸਪੋਰਟਰ ਆ ਨਾ, ਇਹ ਸਾਰੇ ਡਿਫਾਲਟਰ ਹੀ। ਆ ਹੁਣ ਇਹਨਾਂ ਜਿਹੜੇ ਪਿਛਲੇ 3 ਮਹੀਨੇ ਐਮਨੈਸਟੀ ਸਕੀਮ ਦੇ ਲੰਘੇ ਆ, ਇਹਦੇ ਵਿੱਚ ਉਹਨਾਂ ਨੇ ਟੈਕਸ ਪੇ ਕੀਤਾ ਜਿਹੜੇ 5 ਸਾਲ ਡਿਫਾਲਟਰ ਰਹੇ ਆ। ਤੇ ਹੋਰ ਵੀ ਕਈ ਬੰਦੇ ਹੈਗੇ ਆ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਆਪਦੇ ਟੈਕਸ ਮਾਫ ਕਰਾ ਲਏ, ਉਹਨਾਂ ਅਜੇ ਵੀ ਨਹੀਂ ਤਾਰੇ। ਤੇ ਟੈਕਸ ਉਹਨਾਂ ਤੋਂ ਵੀ 1-1 ਰੁਪਇਆ ਲਵਾਂਗੇ। ਜੇ ਨਾ ਟੈਕਸ ਦੇਣਗੇ ਤੇ ਉਹਨਾਂ ਦੀਆਂ ਬੱਸਾਂ ਵੀ ਇੰਪਾਊਂਡ ਹੋਣਗੀਆਂ ਜੀ। ਜੇ ਪਿੰਡਾਂ ਵਾਲੀਆਂ ਬੱਸਾਂ ਦਾ ਮੈਂ ਪੁੱਛਿਆ ਸੀ, ਪਿੰਡਾਂ ਵਾਲੀਆਂ ਬੱਸਾਂ ਵੇਖੋ ਸਾਡਾ ਪੰਜਾਬ ਜਿਹੜਾ ਕਿਉਂ ਪਛੜਿਆ, ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਬੱਚੇ ਬੱਚੀਆਂ ਜਿਹੜੇ ਪੜ੍ਹਾਈ ਤੋਂ ਵਾਂਝੇ ਰਹਿ ਗਏ ਜਾਂ ਉੱਚ ਵਿੱਦਿਆ ਨਹੀਂ ਲੈ ਸਕੇ, ਉਹ ਸਭ ਤੋਂ ਵੱਡਾ ਕਾਰਨ ਸੀ ਟਰਾਂਸਪੋਰਟ ਸਿਸਟਮ। ਜੇ ਸਾਡੇ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਹਰੇਕ ਰੂਟ ਤੇ ਬੱਸ ਚੱਲਦੀ ਹੁੰਦੀ ਤੇ ਸਾਡੀਆਂ ਬੱਚੀਆਂ ਤੇ ਬੱਚੇ ਉੱਚ ਵਿੱਦਿਆ ਕਰਕੇ ਉੱਚ ਕੁਰਸੀਆਂ ਤੇ ਬੈਠੇ ਹੁੰਦੇ ਜਾਂ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਕੇ ਬੈਠੇ ਹੁੰਦੇ, ਤਰੱਕੀਆਂ ਕਰਦੇ। ਤੇ ਜਿਹੜੇ ਇਹ ਟਰਾਂਸਪੋਰਟ ਸਿਸਟਮ ਇਹਨਾਂ ਨੇ ਬੰਦ ਕੀਤਾ, ਕਹਿਤਾ ਵੀ ਘਾਟੇ ਵਾਲੇ ਰੂਟ ਆ, ਉੱਥੇ ਨਾ ਆਪਦੇ ਚੇਤਿਆਂ ਨੂੰ ਪਰਮਿਟ ਦਿੱਤੇ, ਆਪਦੇ ਸਾਥੀਆਂ ਨੂੰ ਪਰਮਿਟ ਦਿੱਤੇ ਵੀ ਉਹਨਾਂ ਦੀਆਂ ਬੱਸਾਂ ਚੱਲਣ ਤੇ ਉਹਨਾਂ ਨੂੰ ਮੁਨਾਫਾ ਆਵੇ। ਜੇ ਇੱਥੇ ਸਰਕਾਰੀ ਬੱਸ ਚੱਲ ਪਈ ਤੇ ਉਹਨਾਂ ਦੀ ਆਮਦਨ ਘਟ ਜਾਣੀ ਹੈ ਜਿਹੜੇ ਸਾਡੇ ਸਾਥੀ ਆ। ਤੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ, ਪੱਟੀ ਦੀ। ਪੱਟੀ ਤੋਂ 2012 ਤੋਂ 17 ਦੇ ਦੌਰਾਨ 5 ਸਾਲ ਅਕਾਲੀ ਦਲ ਦੀ ਸਰਕਾਰ ਸੀ। ਸਾਡੇ ਜਿਹੜੇ ਉੱਥੋਂ ਵਜ਼ੀਰ ਸਨ, ਉਹਨਾਂ ਤੋਂ ਪਹਿਲਾਂ ਇੱਥੋਂ ਪੱਟੀ ਤੋਂ ਚੰਡੀਗੜ੍ਹ ਨੂੰ ਇੱਕ AC ਬੱਸ ਦਾ ਜਿਹੜਾ ਪਰਮਿਟ ਮਿਲਿਆ, ਉਹਨਾਂ ਨੇ ਚੱਲਣ ਹੀ ਨਹੀਂ ਦਿੱਤਾ ਉਹ ਬੱਸ ਨੂੰ। ਆਪਦੇ ਚੇਤੇ ਕਿਸੇ ਨੂੰ AC ਬੱਸ ਦਾ ਪਰਮਿਟ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਨੂੰ ਇਹ ਵੀ ਜੇ ਇੱਥੋਂ ਸਰਕਾਰੀ ਬੱਸ AC ਚੱਲ ਪਈ ਤੇ ਮੇਰੇ ਚੇਤੇ ਦੀ ਨਹੀਂ ਚੱਲਣੀ, ਉਹਨੂੰ ਘਾਟਾ ਪੈਣਾ। ਇਹ ਔਨ ਰਿਕਾਰਡ ਬਿਲਕੁਲ ਠੀਕ। ਉਹ ਚੱਲਣ ਹੀ ਨਹੀਂ ਦਿੱਤੀ। ਉਹ ਜਦੋਂ ਬੰਦਾ ਸਰਕਾਰ ਚ ਆਵੇ ਫਿਰ ਪਤਾ ਲੱਗਦਾ, ਕਿਉਂਕਿ ਮੈਂ ਉਹ ਚੈੱਕ ਕੀਤਾ 12 ਤੋਂ 17 ਦੇ ਦੌਰਾਨ ਪਰਮਿਟ ਜਾਰੀ ਹੋਇਆ AC ਬੱਸ ਦਾ ਤੇ ਚੱਲਣ ਹੀ ਨਹੀਂ ਦਿੱਤਾ। ਉਹ ਮੁੜ ਕੇ ਆਪਦੇ ਚੇਤੇ ਨਾਲ ਕਿਸੇ ਕੋਲੋਂ ਵਿਗੜ ਗਈ, ਨਾ ਤੇ ਉਹਨਾਂ ਦੀ ਬੱਸ ਚੱਲਣ ਦਿੱਤੀ ਤੇ ਨਾ ਸਰਕਾਰੀ ਚੱਲਣ ਦੀ। ਉਹਦੇ ਬਾਅਦ 5 ਸਾਲ ਕਾਂਗਰਸ ਦੀ ਸਰਕਾਰ ਆਈ, ਉਹਨਾਂ ਵੀ ਕੋਸ਼ਿਸ਼ ਨਹੀਂ ਕੀਤੀ ਉਹ ਬੱਸ ਨੂੰ AC ਨੂੰ ਚਲਾਉਣ ਦੀ। ਵੇਖੋ ਮੇਰੇ ਕੋਲ ਲੋਕ ਰੋਜ਼ ਆ ਕੇ ਮੰਗ ਕਰਦੇ ਸੀ ਵੀ AC ਬੱਸ ਇੱਥੋਂ ਚਲਾਓ, AC ਬੱਸ ਚਲਾਓ। ਤੇ ਆਪਾਂ ਚਲਾਈਏ 2 ਮਹੀਨੇ ਦੇ ਲਗਭਗ ਹੋ ਗਿਆ। ਪੱਟੀ ਤੋਂ ਵਾਇਆ ਅੰਮ੍ਰਿਤਸਰ ਚੰਡੀਗੜ੍ਹ ਬੱਸ ਆਉਂਦੀ AC। ਤੇ ਪਿਛਲੇ 5 ਸਾਲ ਜਿਹੜੇ ਸੀ, ਹੋ ਸਕਦਾ ਇਹ ਸਾਡਾ ਜਿਹੜਾ MLA ਕਾਂਗਰਸ ਦਾ, ਉਹਦੇ ਕੋਲ ਵੀ ਲੋਕ ਜਾਂਦੇ ਹੁਣ ਜਿਵੇਂ ਮੇਰੇ ਕੋਲ ਆਉਂਦੇ ਸੀ। ਤੇ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ, ਸਿਰਫ ਇਹੋ ਵੀ ਜਿਹੜੇ ਸਾਡੇ ਚੇਤੇ ਉਹਨਾਂ ਦੀਆਂ ਬੱਸਾਂ ਨੂੰ ਘਾਟਾ ਨਾ ਪੈ ਜੇ। ਕਿਉਂਕਿ ਚੰਗੇ ਮਲਾਈਦਾਰ ਰੂਟ ਜਿਹੜੇ ਆ ਨਾ, ਇਹਨਾਂ ਰਵਾਇਤੀ ਪਾਰਟੀਆਂ ਦੇ MLA MP ਸਾਹਿਬਾਨ ਨੇ ਜਿਹੜੇ, ਉਹਨਾਂ ਦੇ ਕੋਲ ਨੇ ਤੇ ਉਹ ਚੱਲਣ ਨਹੀਂ ਦਿੰਦੇ ਰਹੇ। ਇਹੋ ਕੁਝ ਹੁੰਦਾ ਰਿਹਾ। ਭੁੱਲਰ ਸਾਹਿਬ ਇੱਕ ਚੀਜ਼ ਹੋਰ ਦੱਸਿਓ, ਮੈਂ ਕਈ ਨਾ ਛੋਟੇ ਟਰਾਂਸਪੋਰਟਰ ਉਹ ਕਈ ਵਾਰੀ ਸਾਡੇ ਕੋਲ, ਕਿਉਂਕਿ ਉਹਨਾਂ ਨੇ ਵੀ ਮੀਡੀਆ ਕੋਲ ਹੀ ਆਉਣਾ ਹੁੰਦਾ, ਤੁਸੀਂ ਤਾਂ ਮੰਤਰੀ ਆ ਬਾਈ, ਤੁਹਾਡੇ ਤੋਂ ਡਰਦੇ ਹੋਣਗੇ ਆਉਣ ਤੋਂ। ਉਹ ਕਹਿੰਦੇ ਜੀ ਦੇਖੋ ਵੱਡੇ ਟਰਾਂਸਪੋਰਟਰਾਂ ਨੂੰ ਤਾਂ ਇਹਨਾਂ ਨੇ ਜੋ ਕਰਨਾ ਕਰਨ, ਵੀ ਸਾਡੇ ਤਾਂ ਕੋਵਿਡ ਤੋਂ ਬਾਅਦ ਪੱਲੇ ਹੀ ਕੱਖ ਨਹੀਂ ਰਿਹਾ। ਸਰਕਾਰ ਸਾਡੀ ਕੁਛ ਗੱਲਬਾਤ ਸੁਣੇ, ਉਹਨਾਂ ਦੇ ਨਾਲ ਕੋਈ ਮੀਟਿੰਗ ਸ਼ੀਟਿੰਗ ਉਹਨਾਂ ਦੀ ਕੋਈ ਮਾੜੀ ਮੋਟੀ, ਜਿਹਨਾਂ ਦੀਆਂ 2 ਬੱਸਾਂ 4 ਬੱਸਾਂ ਗੱਲਬਾਤ ਸੁਣਦੇ ਹੋ ਕਦੇ? ਵੇਖੋ ਛੋਟੇ ਟਰਾਂਸਪੋਰਟਰ ਜਿਹੜੇ ਆ, ਜਿਵੇਂ ਸਾਨੂੰ ਵੱਡਾ ਟਰਾਂਸਪੋਰਟਰ ਉਸੇ ਤਰ੍ਹਾਂ ਹੀ ਛੋਟਾ ਹੈ, ਕਿਉਂਕਿ ਸਾਡੀ ਜਿਹੜੀ ਪੰਜਾਬ ਸਰਕਾਰ ਦੀ ਕਮਾਈ ਉਹਦਾ ਵੱਡਾ ਸਾਧਨ ਹੈ ਟਰਾਂਸਪੋਰਟਰ। ਸਾਡੇ ਟਰਾਂਸਪੋਰਟ ਵਿਭਾਗ ਨੂੰ ਰੈਵਨਿਊ ਅਦਾ ਕਰਦੇ ਨੇ।
ਤੇ ਰਹੀ ਗੱਲ ਛੋਟੇ ਟਰਾਂਸਪੋਰਟਰ ਦੀ, ਮੈਂ ਤੇ ਉਹਨਾਂ ਦਾ ਸਤਿਕਾਰ ਵੱਡੇ ਟਰਾਂਸਪੋਰਟਰਾਂ ਨਾਲੋਂ ਵੱਧ ਕਰਦਾ, ਕਿਉਂਕਿ ਉਹ ਆਪਣਾ ਮਹੀਨੋਂ ਮਹੀਨਾ ਜਿਹੜਾ ਜੋ ਵੀ ਰੈਵਨਿਊ ਉਹਨਾਂ ਦਾ ਹੁੰਦਾ, ਟੈਕਸ ਹੁੰਦਾ, ਉਹ ਬਿਲਕੁਲ ਟੱਲੀ ਕਰਕੇ ਰੱਖਦੇ, ਟਾਈਮ ਨਾਲ ਤਾਰਦੇ ਆ। ਉਹਨਾਂ ਨੂੰ ਹੁੰਦਾ ਵੀ ਸਾਡਾ ਛੋਟਾ ਕਾਰੋਬਾਰ ਹੋਣਾ ਹੋਵੇ ਵੀ ਬੰਦ ਹੋ ਜੇ, ਸਭ ਤੋਂ ਪਹਿਲਾਂ ਆ ਕੇ ਉਹਨਾਂ ਨੇ ਟੈਕਸ ਤਾਰਨਾ। ਤੇ ਮੈਂ ਤੇ ਸਤਿਕਾਰ ਵੀ ਉਹਨਾਂ ਦਾ ਕਰਦਾ, ਕਿਉਂਕਿ ਜਿਹੜਾ ਸਾਡੇ ਡਿਪਾਰਟਮੈਂਟ ਨੂੰ ਵੇਲੇ ਨਾਲ ਪੈਸੇ ਦਊ, ਕਿਉਂਕਿ ਉਹਨਾਂ ਪੈਸਿਆਂ ਚੋਂ ਹੀ ਅਸੀਂ ਆਪਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ, ਉਹਨਾਂ ਪੈਸਿਆਂ ਨਾਲ ਹੀ ਅਸੀਂ ਪੰਜਾਬ ਦੇ ਖਜ਼ਾਨੇ ਨੂੰ ਭਰਨਾ। ਤੇ ਉਹਨਾਂ ਦਾ ਜੋ ਵੀ ਮੁੱਦਾ, ਜੋ ਵੀ ਕੰਮ ਹੋਵੇ, ਮੈਂ ਪਹਿਲ ਦੇ ਆਧਾਰ ਤੇ ਹੱਲ ਕਰਦਾ। ਮੀਟਿੰਗਾਂ ਵੀ ਕਰਦੇ ਰਹੀਦਾ। ਇੱਥੇ ਜੇ ਮੈਂ ਚੰਡੀਗੜ੍ਹ ਹੋਵਾਂ, ਮੇਰੇ ਕੋਲ ਚੰਡੀਗੜ੍ਹ ਵੀ ਆ ਜਾਂਦੇ, ਜੇ ਮੈਂ ਹਲਕੇ 'ਚ ਹੋਵਾਂ ਹਲਕੇ 'ਚ ਵੀ ਆ ਜਾਂਦੇ ਆ। ਖਾਸ ਕਰਕੇ ਛੋਟੇ ਟਰਾਂਸਪੋਰਟਰਾਂ ਨੂੰ ਸਗੋਂ ਮੈਂ ਪਹਿਲ ਦੇ ਆਧਾਰ ਤੇ ਮਿਲਦਾ। ਜੇ ਕੋਈ ਵੱਡਾ ਟਰਾਂਸਪੋਰਟਰ, ਉਹਨੂੰ ਮੈਂ ਕਹਿ ਦੇਣਾ ਆਪਦੀ ਯੂਨੀਅਨ ਨਾਲ। ਵੱਡੇ ਟਰਾਂਸਪੋਰਟਰ ਨੂੰ ਸਗੋਂ ਮੇਰੀ ਇੱਕੋ ਗੱਲ ਹੁੰਦੀ ਹੈ ਵੀ ਆਪਦੀ ਯੂਨੀਅਨ ਨਾਲ ਇਕੱਲੇ ਨਾ ਹੋ, ਕਿਉਂਕਿ ਮੈਨੂੰ ਵੀ ਇਹ ਹੁੰਦਾ ਵੀ ਲੋਕ ਤੇ ਗੱਲ ਦੀ ਉਹੀ ਗਲਾਲ ਬਣਾਉਂਦੇ, ਜੇ ਮੈਂ ਇਕੱਲੇ ਨੇ ਉਹਦੇ ਨਾਲ ਮੀਟਿੰਗ ਕਰ ਲਈ ਤੇ ਵਾਕਈ ਨਾ ਕਹਿਣਾ ਵਾਕਈ ਕੋਈ ਲੈਣ ਦੇਣ ਹੋ ਗਿਆ। ਤੇ ਕੋਈ ਵੀ ਵੱਡਾ ਟਰਾਂਸਪੋਰਟਰ ਕਹਿ ਦੇ ਵੀ ਮੈਂ ਇਕੱਲੇ ਨੇ ਮੀਟਿੰਗ ਲਾਲਜੀਤ ਭੁੱਲਰ ਨਾਲ ਕੀਤੀ ਆ, ਤੇ ਮੈਂ ਮੰਨ ਲੂੰਗਾ ਵੀ ਵਾਕਈ ਵੀ ਮੈਂ ਝੂਠਾ ਤੇ ਉਹ ਸੱਚਾ। ਭੁੱਲਰ ਸਾਹਿਬ, ਇੱਕ ਤੁਹਾਡੇ ਤੋਂ ਕੰਮ ਆ, ਜਨਤਾ ਦਾ ਕੰਮ ਆ, ਉਹ ਕੀ ਆ ਕਿ ਪੰਜਾਬ ਰੋਡਵੇਜ਼ ਦੀ ਬੱਸ ਚੱਲਦੀ ਹੈ, ਬੱਸ ਪਾਸ ਬਣਾਏ ਆ ਬੱਚਿਆਂ ਨੇ, ਕਿਉਂਕਿ ਆਰਥਿਕਤਾ ਤਾਂ ਸਾਰੇ ਪਰਿਵਾਰਾਂ ਦੀ ਚੰਗੀ ਨਹੀਂ, ਉਹਨਾਂ ਨੇ ਸਕੂਲਾਂ 'ਚ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਪੜ੍ਹਨ ਜਾਣਾ। ਬਹੁਤ ਸਾਰੇ ਡਰਾਈਵਰ ਚੰਗੇ ਵੀ ਹੁੰਦੇ ਆ, ਪਰ ਕਈ ਵਾਰੀ ਹੁੰਦਾ ਉਹਨਾਂ ਨੂੰ ਆਦਤ ਹੁੰਦੀ, ਯਾਰ ਇਹ ਤਾਂ ਮੁਫਤ ਵਾਲੇ ਆ, ਬੱਸ ਨਾ 100 ਫੁੱਟ ਗਾਂਹ ਜਾ ਕੇ ਰੋਕਣੀ। ਬੱਚੇ ਵਿਚਾਰੇ ਝੋਲੇ ਲੈ ਲੈ ਮਗਰ ਭੱਜਦੇ ਆ, ਉਹਨਾਂ ਨੂੰ ਮਾੜਾ ਮੋਟਾ ਹੁਕਮ ਜਾਰੀ ਕਰ ਦਿਓ, ਭਾਈ ਅੱਡੇ ਤੇ ਰੋਕਿਆ ਕਰੋ, ਨਿਆਣੇ ਜਿੱਦਾਂ ਦੇ ਬਾਕੀਆਂ ਦੇ ਉੱਦਾਂ ਦੇ ਉਹਨਾਂ ਦੇ, ਇੰਨਾ ਕੰਮ ਕਰਾ ਦਿਓ, ਨਾ ਪੈਸਾ ਲੱਗਣਾ ਨਾ ਕੁਛ ਹੋਰ। ਬਿਲਕੁਲ। ਇਹ ਤੇ ਵੇਖੋ, ਭਾਵੇਂ ਫ੍ਰੀ ਲੇਡੀ ਸਵਾਰੀ ਆ ਤੇ ਭਾਵੇਂ ਸਾਡੇ ਬੱਚੇ ਆ ਜਿਹੜੇ ਸਕੂਲਾਂ, ਸਰਕਾਰੀ ਸਕੂਲਾਂ 'ਚ ਤਕਰੀਬਨ ਪੜ੍ਹਦੇ ਬੱਚੇ ਜਿਨ੍ਹਾਂ ਦੇ ਪਾਸ ਬਣੇ ਆ, ਇਹ ਸਾਡੀ ਨਸੀਹਤ ਵੀ ਆ ਡਰਾਈਵਰ ਕੰਡਕਟਰ ਨੂੰ। ਤੇ ਇਹ ਰੂਲ ਵੀ ਆਪਾਂ ਜਲਦੀ ਲਾਗੂ ਕਰਾ ਦੇਣਾ ਵਾ ਵੀ ਜੇ ਅੱਡੇ ਤੇ ਨਾ ਖਿਲਾਰੇ ਕੰਡਕਟਰ ਨੂੰ ਤੇ ਡਰਾਈਵਰ ਨੂੰ ਕੋਈ ਨਾ ਕੋਈ ਆਪਾਂ ਫਾਈਨ ਰੱਖਾਂਗੇ। ਜੇ ਉਹ ਅੱਡੇ ਤੇ ਨਹੀਂ ਖਿਲਾਰਦਾ, ਉਹਨੂੰ ਫਾਈਨ ਪਵੇਗਾ। ਆਪੇ ਉਹਨੂੰ ਪਤਾ ਹੋਵੇਗਾ ਕਿ ਮੈਨੂੰ ਸੇਕ ਲੱਗਣਾ, ਤੇ ਆਪੇ ਉਸ ਅੱਡੇ ਤੇ ਵੀ ਖੜੇਗਾ, ਬੱਚੇ ਨੂੰ ਵੀ ਚੜਾਵੇਗਾ। ਸਾਡੀਆਂ ਭੈਣਾਂ ਜਿਹੜੀਆਂ ਅੱਡਿਆਂ ਤੇ ਖੜੀਆਂ ਹੁੰਦੀਆਂ, ਕਈ ਵਾਰ ਉਹ ਰਹਿ ਜਾਂਦੀਆਂ, ਤੇ ਥੋੜੀ ਜਿਹੀ ਮਜਬੂਰੀ ਇਹ ਵੀ ਹੁੰਦੀ ਹੈ, ਕਈ ਵਾਰ ਬੱਸਾਂ 'ਚ ਨਾ ਸਵਾਰੀ ਵੀ ਜ਼ਿਆਦਾ ਹੁੰਦੀ ਆ, ਉਹ ਕਈ ਕਾਰਨ ਬਣ ਜਾਂਦੇ। ਜੇ ਆਪਾਂ ਸਾਰਾ ਭਾਰ ਉਹਨਾਂ ਤੇ ਵੀ ਪਾਈਏ, ਉਹ ਵੀ ਸਹੀ ਗੱਲ ਨਹੀਂ। ਕਈ ਡਰਾਈਵਰ ਕੰਡਕਟਰ ਹੋ ਸਕਦਾ ਗਲਤ ਹੋਣਗੇ, ਪਰ ਬਹੁਤੇ ਜਿਹੜੇ ਆ ਸਾਊ ਨੇ, ਚੰਗੇ ਨੇ, ਸਾਊ ਨੇ, ਸੇਵਾਦਾਰਾਂ ਨੂੰ ਚੱਲਦੇ ਆ। ਬੋਲੀ ਵੀ ਕਈਆਂ 'ਚ ਤਾਂ ਹਲੀਮੀ ਇੰਨੀ ਆ, ਹਾਂਜੀ ਜੀ ਕਰਕੇ ਗੱਲ ਕਰਨੀ ਆ। ਸਾਰੇ ਤਰ੍ਹਾਂ ਦੇ ਬੰਦੇ ਨੇ, ਸਾਰੇ ਇੱਕੋ ਜਿਹੇ ਹੁੰਦੇ, ਪੰਜੇ ਉਂਗਲਾਂ ਨਹੀਂ ਇੱਕੋ ਜਿਹੀਆਂ। ਭੈਣ ਭਰਾ ਹੀ ਇੱਕੋ ਮਾਂ ਦੇ ਢਿੱਡੋਂ ਜੰਮੇ ਹੁੰਦੇ ਆ, ਉਹ ਭੈਣਾਂ ਭਰਾਵਾਂ ਦੇ ਸੁਭਾਅ ਸ਼ਕਲਾਂ ਨਹੀਂ ਰਲਦੀਆਂ। ਤੇ ਇਸੇ ਤਰ੍ਹਾਂ ਹੀ ਡਰਾਈਵਰ ਕੰਡਕਟਰ ਬਹੁਤੇ ਜਿਹੜੇ ਉਹ ਸਾਊ ਨੇ। ਕੋਈ ਇੱਕ ਦੋ ਜਿਹੜੇ ਮਾੜੇ ਕਰਕੇ ਉਹ ਸਾਰਿਆਂ ਦਾ ਕਈ ਰਾਂ ਧੱਬਾ ਲੱਗ ਜਾਂਦਾ ਵੀ ਇਹ ਸਾਰੇ ਡਰਾਈਵਰ ਕੰਡਕਟਰ ਇਦਾਂ ਕਰਦੇ ਆ। ਪਰ ਇਹ ਨਸੀਹਤ ਵੀ ਹੈ, ਤੇ ਗਾਂਹ ਆਉਣ ਵਾਲੇ ਸਮੇਂ 'ਚ ਇੱਥੇ ਪੂਰਾ ਜ਼ੋਰ ਵੀ ਦੇਵਾਂਗੇ ਵੀ ਹਰ ਅੱਡੇ ਤੇ ਬੱਸ ਖਲੋਵੇ, ਕਿਸੇ ਨੂੰ ਇਹੋ ਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਪਿੱਛੇ ਭੱਜ ਕੇ ਬੱਸ ਨਾਲ ਲਮਕਣਾ ਪਵੇ। ਲਾਲਜੀਤ ਸਿੰਘ ਭੁੱਲਰ ਜੀ, ਟਰਾਂਸਪੋਰਟ ਮੰਤਰੀ ਪੰਜਾਬ, ਕੀ ਆਪਣੀ ਸਰਕਾਰ ਦੀ 7 ਮਹੀਨੇ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨੇ? ਕਿਉਂਕਿ ਵਿਰੋਧੀ ਤਰ੍ਹਾਂ ਕਹਿੰਦੇ ਆ ਜੀ ਇਹ ਹੈਲੀਕਾਪਟਰ ਲੈਣ ਨੂੰ ਫਿਰਦੇ ਆ ਜੀ, ਇਹ ਆਪਣੇ ਮੰਤਰੀਆਂ ਤੇ ਕਾਰਵਾਈ ਨਹੀਂ ਕਰਦੇ ਜੀ, ਇਹ ਇਸ਼ਤਿਹਾਰ ਦਿੰਦੇ ਆ ਜੀ, ਇਹਨਾਂ ਤੋਂ ਅਮਨ ਕਾਨੂੰਨ ਦੀ ਵਿਵਸਥਾ ਨਹੀਂ ਠੀਕ ਹੋਈ ਜੀ। ਇੱਕ ਪੰਜਾਬੀ ਦੇ ਤੌਰ ਤੇ, ਭਾਰਤ ਦੇ ਨਾਗਰਿਕ ਦੇ ਤੌਰ ਦੇ ਉੱਤੇ, ਇੱਕ ਆੜਤ ਤੇ ਬੈਠਣ ਵਾਲੇ ਬੰਦੇ ਦੇ ਤੌਰ ਤੇ, ਇੱਕ ਖੇਤੀ ਕਰਨ ਵਾਲੇ ਬੰਦੇ ਦੇ ਤੌਰ ਤੇ, ਤੁਸੀਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ? ਵੇਖੋ, ਮੈਂ ਅੱਜ ਤੱਕ ਪਿਛਲੀਆਂ ਸਰਕਾਰਾਂ ਨੂੰ ਵੀ ਵੋਟਾਂ ਪਾਉਂਦੇ ਰਹੇ ਹਾਂ, ਮੈਂ ਅੱਜ ਤੱਕ ਲੋਕਾਂ ਨੂੰ ਇੰਨਾ ਖੁਸ਼ ਤੇ ਸੰਤੁਸ਼ਟ ਨਹੀਂ ਵੇਖਿਆ। ਜੇ ਉਹ ਤਹਿਸੀਲਦਾਰ ਕੋ ਜਾਂਦੇ ਆ ਰਜਿਸਟਰੀ ਕਰਾਉਣ, ਮੈਂ ਥੋੜੇ ਦਿਨ ਪਹਿਲਾਂ ਦੀ ਗੱਲ ਦੱਸਦਾ ਤੁਹਾਨੂੰ, ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਹੀ ਸਾਫ਼ ਹੋ ਗਿਆ ਕੰਮ, ਹੈਗਾ ਮਾੜਾ ਮੋਟਾ ਜੇ ਕਚਰਾ ਹੈਗਾ, ਹੋ ਜੂ ਹੌਲੀ ਹੌਲੀ ਸਾਫ਼। ਤਹਿਸੀਲਦਾਰ ਕੋ ਰਜਿਸਟਰੀ ਕਰਾਉਣ ਗਿਆ, ਸਾਡੇ ਹਲਕੇ ਦਾ ਹੀ ਬੰਦਾ ਕੋਈ, ਉਹ ਗਿਆ ਤੇ ਉਹਦੇ ਤੋਂ ਬਾਹਰ ਸ਼ਾਇਦ ਕੋਈ ਮੰਗ ਕੀਤੀ ਹੋਊਗੀ, ਤੇ ਉਹ ਤਹਿਸੀਲਦਾਰ ਦੇ ਸਾਹਮਣੇ ਜਾ ਕੇ ਕਹਿੰਦਾ ਕਰਾਂ ਲਾਲਜੀਤ ਭੁੱਲਰ ਨੂੰ ਫੋਨ ਲੈਣੇ ਪੈਸੇ, ਉਸੇ ਵੇਲੇ ਉਹਦੀ ਰਜਿਸਟਰੀ ਹੋ ਗਈ। ਤੇ ਨਹੀਂ ਤੇ ਪਹਿਲੀਆਂ ਸਰਕਾਰਾਂ ਜੇ ਹੁੰਦਾ ਸੀ, ਜੇ ਕਹਿਣਾ ਨਾ ਐਮਐਲਏ ਨੂੰ ਲਾਵਾਂ ਫੋਨ, ਮੰਤਰੀ ਨੂੰ ਲਾਵਾਂ ਫੋਨ, ਤੇ ਉਹਨੇ ਕਹਿਣਾ ਲਾ ਦੇ, ਮੇਰੀ ਤੇ ਗੱਲ ਹੋਈ, ਮੇਰਾ ਤਾਂ ਮਹੀਨਾ ਗਿਆ। ਤੇ ਉਹਨੇ ਮੈਨੂੰ ਆਪ ਫੋਨ ਕੀਤਾ, ਉਸ ਨੌਜਵਾਨ ਨੇ ਕਿਹਾ ਭਾਜੀ ਸਵਾਦ ਆ ਗਿਆ ਵੋਟ ਪਾਈ ਦਾ। ਆਂਦਾ ਨਹੀਂ ਤੇ ਸਾਡਾ ਕੌਣ ਦਬਕਾ ਚੱਲਦਾ ਸੀ, ਆਂਦਾ ਹੁਣ ਤੇ ਤਹਿਸੀਲਦਾਰ ਵੀ ਜਦੋਂ ਨਾਂ ਲਈਦਾ ਡਰ ਜਾਂਦੇ ਆ, ਉਸੇ ਵੇਲੇ ਰਜਿਸਟਰੀ ਹੋ ਗਈ। ਇਸੇ ਤਰ੍ਹਾਂ ਹੀ ਹਰ ਅਦਾਰੇ ਦੇ ਵਿੱਚ, ਜੇ ਆਪਾਂ ਬਿਜਲੀ ਦਫ਼ਤਰ ਦੀ ਗੱਲ ਕਰੀਏ, ਜੇ ਕਿਸੇ ਕਿਸਾਨ ਦਾ ਟਰਾਂਸਫਾਰਮਰ ਸੜ ਜਾਣਾ ਤੇ 5000 ਰੁਪਇਆ ਪੱਕੀ ਰਿਸ਼ਵਤ ਚੱਲਦੀ ਸੀ ਵੀ ਇਹ 5000 ਲੱਗਣਾ ਹੀ ਲੱਗਣਾ, ਉਹ ਨਹੀਂ ਮਿਲਣਾ, ਫ੍ਰੀ ਟਰਾਂਸਫਾਰਮਰ ਮਿਲਦੇ ਆ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਝੋਨੇ ਦੇ ਸੀਜ਼ਨ ਤੱਕ ਹਰੇਕ ਡੇਰੇ ਤੇ, ਹਰੇਕ ਬੈਗ ਤੇ ਕੱਲਾ ਟਰਾਂਸਫਾਰਮਰ ਰੱਖ ਦੇਣਾ, ਕਿਸੇ ਨੂੰ ਦਿੱਕਤ ਨਹੀਂ ਆਉਣ ਦੇਣੀ। ਤੇ ਵੇਖੋ 50 ਲੱਖ ਪਰਿਵਾਰਾਂ ਦੇ ਕਰੀਬ ਜਿਹੜੇ ਜ਼ੀਰੋ ਬਿੱਲ ਆਏ ਆ,
ਇਹ ਵਿਰੋਧੀ ਕਹੀ ਜਾਣ ਵਿਖਾਉਣ ਸਾਨੂੰ ਜ਼ੀਰੋ ਬਿੱਲ, ਲੋਕ ਸਾਨੂੰ ਆ ਕੇ ਕਹਿੰਦੇ ਆ ਵੀ ਸਾਡਾ ਜ਼ੀਰੋ ਬਿੱਲ ਆਇਆ। ਵੱਡੇ ਵੱਡੇ ਤਗੜੇ ਪਰਿਵਾਰ ਜਿਨ੍ਹਾਂ ਦਾ ਜ਼ੀਰੋ ਬਿੱਲ ਆਇਆ, ਕਿਉਂਕਿ 600 ਯੂਨਿਟ ਹਰੇਕ ਕੈਟਾਗਰੀ ਨੂੰ ਮਾਫੀ, ਭਾਵੇਂ ਕਿਸੇ ਦਾ 10 ਕਿਲੋਵਾਟ ਲੋਡ ਹੋਵੇ, ਜਿਹਨੇ 600 ਯੂਨਿਟ ਮਜਾਇਆ 2 ਮਹੀਨਿਆਂ ਦਾ, ਉਹਨੂੰ ਉਹ ਸਹੂਲਤ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤੀ ਗਈ ਆ। ਤੇ ਵੇਖੋ 50 ਲੱਖ ਪਰਿਵਾਰਾਂ ਦਾ ਜ਼ੀਰੋ ਬਿੱਲ ਆਉਣਾ, ਇਹ ਨਿੱਕੀ ਜੀ ਗੱਲ ਨਹੀਂ, ਬੜੀ ਵੱਡੀ ਗੱਲ ਹੈ। ਉਹਦੇ 'ਚ ਤੇ ਹਰੇਕ ਪਰਿਵਾਰ ਹੀ ਆ ਗਿਆ ਹਿਸਾਬ ਨਾਲ। ਮੈਨੂੰ ਉਮੀਦ ਆ ਟੋਟਲ 80 ਲੱਖ ਦੇ ਲਾਗੇ ਬੰਨੇ ਪਰਿਵਾਰ ਹੋਣਾ, ਜਿਹਦੇ ਚੋਂ 50 ਲੱਖ ਪਰਿਵਾਰ ਦਾ ਜ਼ੀਰੋ ਆ ਗਿਆ ਬਿੱਲ। ਹੋਰ ਜੇ ਆਪਾਂ ਪਟਵਾਰੀਆਂ ਦੀ ਗੱਲ ਕਰ ਲਈਏ, ਥਾਣਿਆਂ ਦੀ ਗੱਲ ਕਰ ਲਈਏ, ਜਿੱਥੇ ਸੁਣਵਾਈ ਨਹੀਂ ਸੀ ਹੁੰਦੀ, ਜਿੱਥੇ ਗਲਤ ਇੰਤਕਾਲ ਚੜ ਜਾਂਦੇ ਸਨ, ਪਟਵਾਰੀ ਗਲਤ ਪੈਸੇ ਲੈ ਕੇ, ਰਿਸ਼ਵਤ ਲੈ ਕੇ ਗਲਤ ਚਾੜ ਦੇਣੇ, ਉਹ ਸਾਰੇ ਕੰਮ ਹੁਣ ਸਹੀ ਹੋ ਰਹੇ ਆ, ਉਹ ਸਾਰੇ ਇੰਤਕਾਲ ਦਰੁਸਤ ਹੋ ਰਹੇ ਆ। ਨਹੀਂ ਤੇ ਪਹਿਲਾਂ ਜਿਹਦੀ ਤੂਤੀ ਬੋਲਦੀ ਹੋਣੀ, ਉਹਨੇ ਜਿਹਦੇ ਮਰਜ਼ੀ ਧੱਕਾ ਕਰ ਦੇਣਾ, ਜਿੱਥੇ ਮਰਜ਼ੀ ਕਬਜ਼ਾ ਕਰ ਲੈਣਾ। ਤਕਰੀਬਨ NRI ਭਰਾ ਸਾਡੇ ਜਿਹੜੇ ਉਹ ਡਰਦੇ ਸੀ ਇੱਥੇ ਜਾਇਦਾਦ ਲੈਣ ਤੋਂ, ਕਿਉਂਕਿ ਕਈ NRI ਭਰਾਵਾਂ ਨਾਲ ਧੱਕੇ ਹੋਏ, ਜਾਇਦਾਦਾਂ ਮੱਲੀਆਂ, ਬੜਾ ਕੁਝ ਹੋਇਆ ਪਿਛਲੇ ਸਮੇਂ ਦੇ ਵਿੱਚ। ਹੁਣ NRI ਭਰਾਵਾਂ ਨੂੰ ਵੀ ਆਸ ਵੱਜ ਗਈ ਆ ਵੀ ਸਾਡੀ ਉੱਥੇ ਜਾਇਦਾਦ ਵੀ ਸੇਫ ਹੈ, ਅਸੀਂ ਵੀ ਸੇਫ ਆ। ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਰਹਿ ਗਿਆ 19-21 ਕੰਮ, ਉਹ ਸਾਫ਼ ਹੋ ਜਾਏਗਾ। ਕਿਉਂਕਿ ਵੇਖੋ ਪੰਜਾਬ ਦੇ ਲੋਕਾਂ ਨੇ ਸਮਾਂ ਦਿੱਤਾ 5 ਸਾਲ, 5 ਸਾਲਾਂ 'ਚ ਬਿਲਕੁਲ ਸੁਧਾਰ ਕਰਕੇ, ਐ ਪਾਰਦਰਸ਼ੀ ਸ਼ੀਸ਼ੇ ਵਰਗਾ ਸਿਸਟਮ ਕਰਕੇ 27 ਵਾਲੀ ਵੋਟ ਅਸੀਂ ਫੇਰ ਮੰਗਣ ਜਾਵਾਂਗੇ ਲੋਕਾਂ ਦੇ ਵਿੱਚ, ਸਾਰਾ ਕੁਝ ਸਾਫ਼ ਕਰਕੇ। ਇਹ ਵੇਖੋ, ਇਹ ਸਾਡਾ ਜਿਹੜਾ ਲੋਕਾਂ ਦੇ ਵਿੱਚ ਨਾਰਾ ਸੀ ਨਾ, ਅਸੀਂ ਕਹਿੰਦੇ ਨੇ ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਦੇ ਦਿਓ ਸਾਨੂੰ ਕੇਜਰੀਵਾਲ ਨੂੰ। ਹੁਣ ਅਸੀਂ ਜਿਹੜਾ 27 ਵਾਲਾ ਨਾਰਾ ਉਹ ਇਹ ਨਹੀਂ ਕਵਾਂਗੇ, ਉਹ ਰੱਖਾਂਗੇ ਦਿੱਲੀ ਵਾਲਾ ਨਾਰਾ ਵੀ ਜੇ ਤੇ ਅਸੀਂ ਕੰਮ ਕੀਤੇ, ਜੇ ਕੁਝ ਕੀਤਾ ਫਿਰ ਵੋਟ ਪਾ ਦਿਓ। ਜੇ ਅਸੀਂ ਕਰਪਸ਼ਨ ਖਤਮ ਕੀਤੀ ਆ, ਜੇ ਅਸੀਂ ਧੱਕੇਸ਼ਾਹੀਆਂ ਨਜਾਇਜ਼ ਪਰਚੇ ਖਤਮ ਕੀਤੇ ਆ, ਤੇ ਫਿਰ ਸਾਨੂੰ ਵੋਟ ਪਾ ਦਿਓ। ਮੇਰਾ ਹਲਕਾ ਪੱਟੀ, ਤੁਸੀਂ ਪੂਰੇ ਪੰਜਾਬ ਚੋਂ ਕਿਸੇ ਵੀ ਹਲਕੇ 'ਚ ਚੱਲ ਜਾਓ, ਮੇਰੇ ਪੱਟੀ ਹਲਕੇ ਚੱਲ ਜਾਓ। ਨਹੀਂ ਤੇ 7 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਆਪਦੇ ਮੂੰਹ ਅਕਾਲੀ ਦਲ ਕਾਂਗਰਸ ਵਾਲੇ ਆਂਦੇ ਆ, ਜੇ ਅਕਾਲੀ ਆ ਉਹ ਕਹਿੰਦੇ ਆ ਜੇ ਕਾਂਗਰਸ ਵਾਲਾ ਜੇ ਜਾਂਦਾ MLA ਬੜੇ ਪਰਚੇ ਹੋਣੇ ਸੀ, ਤੇ ਜਿਹੜੇ ਅਕਾਲੀ ਦਲ ਵਾਲੇ ਉਹ ਆਂਦੇ ਵੀ ਭਾਵੇਂ ਸਾਡੇ ਵਾਲਾ ਜਿੱਤ ਜਾਂਦਾ, ਸਾਡੇ ਤੇ ਵੀ ਹੋਣੇ ਤੇ ਕਾਂਗਰਸੀਆਂ ਤੇ ਵੀ ਹੋਣੇ। ਤੁਸੀਂ ਥੋੜੇ ਕਰਾਏ ਆ? ਅਸੀਂ ਇੱਕ ਵੀ ਪਰਚਾ ਨਜਾਇਜ਼ ਨਹੀਂ ਕਰਾਇਆ। ਵੇਖੋ, ਜਿਹਨੇ ਕਾਨੂੰਨ ਹੱਥ ਲੈਣਾ ਉੱਤੇ ਤੇ FIR ਦਰਜ ਹੋਣੀ ਹੋਣੀ। ਠੀਕ ਹੈ ਜੀ। ਜਿਹੜਾ ਕਾਨੂੰਨ ਨਾਲ ਖਿਲਵਾੜ ਕਰੂਗਾ, ਲੋਕਾਂ ਨਾਲ ਧੱਕੇਸ਼ਾਹੀ ਨਜਾਇਜ਼ ਕਰੂਗਾ, ਉੱਤੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਹੋਣੀ, ਭਾਵੇਂ ਕੋਈ ਹੋਵੇ ਸਾਡੀ ਪਾਰਟੀ ਦਾ। ਜੇ ਤੁਹਾਡਾ ਪਾਰਟੀ ਦਾ ਬੰਦਾ ਮਾੜਾ ਮੋਟਾ ਕੋਈ ਇੱਧਰ ਉੱਧਰ ਕਰ ਦੇਵੇ, ਛੜਾ ਛੜੂ ਦਿੰਦੇ ਹੋਣੇ ਲਾਲਜੀਤ ਸਿੰਘ ਭੁੱਲਰ ਹੋਣੀ, ਇੰਨੀ ਕੁ ਤਾਂ ਚੱਲਦੀ ਥਾਣੇ 'ਚ ਹੁਣ। ਵੇਖੋ, ਜਿਹੜਾ ਕਾਨੂੰਨ ਨੂੰ ਹੱਥ 'ਚ ਲਵੇਗਾ, ਗਲਤ ਕੰਮ ਕਰੇਗਾ, ਉਹਨੂੰ ਨਹੀਂ, ਉਹਨੂੰ ਕਿਸੇ ਦਾ ਸਾਡੇ ਨਾਲ ਸਾਂਝ ਨਹੀਂ, ਸਾਡਾ ਕਿਸੇ ਨਾਲ ਉਹੋ ਜਿਹੇ ਬੰਦੇ ਨਾਲ ਲਿੰਕ ਨਹੀਂ। ਜੇ ਵੇਖੋ ਸਾਡਾ ਬੰਦਾ ਵੀ ਗਲਤ ਕੰਮ ਕਰਦਾ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਫੇਰ ਹੀ ਸਿਸਟਮ ਸਹੀ ਹੋਊ। ਤੇ ਜੇ ਅਸੀਂ ਵੀ ਉਹ ਕੰਮ ਕਰ ਛੱਡਿਆ, ਫਿਰ ਤੇ ਉਹ ਜਿਹੜੇ ਗੰਦੇ ਅਨਸਰ ਨੇ ਉਹ ਸਾਰੇ ਸਾਡੇ ਨਾਲ ਆ ਜਾਣੇ ਵੀ ਇਹ ਵੀ ਸਪੋਰਟ ਕਰਨ ਲੱਗ ਪਏ ਆ। ਸਾਡੇ ਤੋਂ ਉਹਨਾਂ ਗਲਤ ਅਨਸਰਾਂ ਦੀ ਦੂਰੀ ਤਾਂ ਹੀ ਰਹਿਣੀ ਆ ਜੇ ਅਸੀਂ ਆਪਦੇ ਵੀ ਗਲਤ ਬੰਦਿਆਂ ਦਾ ਸਾਥ ਨਾ ਦੇਵਾਂਗੇ। ਜਿਹੜੇ ਸਾਡੇ ਨਾਲ ਵੀ ਗਲਤ ਅਨਸਰ, ਵੇਖੋ ਇਹ ਨਹੀਂ ਹੁੰਦਾ ਵੀ ਸਾਰੇ, ਮੈਨੂੰ ਪਈ 57,000 ਦੇ ਲਗਭਗ ਵੋਟ, ਤੇ ਹੁਣ ਮੈਂ ਜੇ ਕਹਾਂ 57,000 ਬੰਦੇ ਦਾ ਹੀ ਆਪਾਂ ਧਿਆਨ ਰੱਖ ਲਾਂਗੇ, ਉਹ ਸਾਰੇ ਹੀ ਆ, ਵਿੱਚੋਂ ਕੁਝ ਗਲਤ ਅਨਸਰ ਵੀ ਹੁੰਦੇ ਆ, ਤੇ ਜੇ ਕੋਈ ਗਲਤ ਕਰੂਗਾ ਉਹ ਤੋਂ ਹੌਲੀ ਹੌਲੀ ਅਸੀਂ ਪਾਸਾ ਵੱਟ ਲਾਂਗੇ ਉਹਦੇ ਤੇ, ਜੋ ਕਾਨੂੰਨ ਅਨੁਸਾਰ ਕਾਰਵਾਈ ਉਹ ਹੋਊਗੀ। ਇਹ ਨਹੀਂ ਵੀ ਜੇ ਉਹਨੇ ਸਾਡੀ ਸਪੋਰਟ ਕੀਤੀ ਹੈ ਤੇ ਹੁਣ ਆ ਕੇ ਉਹ ਸਾਡੇ ਨਾਲ ਕੋਈ ਨਾ ਕੋਈ ਗਲਤ ਸਿਸਟਮ ਕਰੇ, ਗਲਤ ਕੰਮ ਕਰਨ ਦੀ ਕੋਸ਼ਿਸ਼ ਕਰੇ, ਉਹ ਕੰਮ ਨਹੀਂ ਚੱਲਣ ਦੇਣੇ। ਭੁੱਲਰ ਸਾਹਿਬ, ਆਖਰੀ ਗੱਲ 1 ਮਿੰਟ ਦੇ ਵਿੱਚ ਮੈਂ ਕਹਿਣਾ ਕਿ ਬਹੁਤ ਸਾਰੇ NRIs ਨੇ, ਕਿਉਂਕਿ ਮੈਂ ਵੀ ਜਦੋਂ ਆਇਆ ਸੀ ਤਾਂ ਮੈਨੂੰ 에ਅਰਪੋਰਟ ਤੇ ਆਪਣੀ ਸਰਕਾਰੀ ਬੱਸ ਨਹੀਂ ਸੀ ਲੱਭਦੀ। ਚਲੋ ਬਾਅਦ ਵਿੱਚ ਮੈਂ ਦੇਖ ਲਿਆ ਕਿ ਭਾਈ ਬਾਹਰ ਨਿਕਲਣਾ ਹੈ, ਸੱਜੇ ਪਾਸੇ ਜਾਣਾ, ਇੰਨੇ ਨੰਬਰ ਪਿੱਲਰ ਦੇ ਕੋਲ ਜਾ ਕੇ ਜਿਹੜੀ ਬੱਸ ਖੜਦੀ ਹੈ ਉਹ ਆਪਣੀ ਬੱਸ ਕੋਲ ਲੈ ਜਾਂਦੀ ਹੈ। ਕੋਸ਼ਿਸ਼ ਕਰਿਓ ਜੇ ਕੋਈ ਨਾ ਕੋਈ ਪ੍ਰਬੰਧ ਇੱਦਾਂ ਦਾ ਦਿੱਲੀ ਦੇ ਹਵਾਈ ਅੱਡੇ ਤੇ ਹੋ ਜਾਏ ਕਿ ਜਿਹੜਾ NRI ਉੱਥੋਂ ਬਾਹਰ ਨਿਕਲਦਾ ਹੈ ਉਹਨੂੰ ਪਤਾ ਲੱਗ ਜਾਏ ਕਿ ਭਾਈ ਇੱਧਰ ਬੱਸ ਤੇ ਚੜ੍ਹਨਾ ਤੇ ਮੈਂ ਉੱਥੇ ਜਾਣਾ, ਉੱਥੇ ਇੱਦਾਂ ਦੇ ਪ੍ਰਬੰਧ ਦੀ ਸਾਨੂੰ ਥੋੜ੍ਹੀ ਜਿਹੀ ਘਾਟ ਰੜਕੀ ਹੈ, ਸਾਡਾ ਕੰਮ ਤੁਹਾਨੂੰ ਦੱਸਣਾ। ਬਿਲਕੁਲ ਬਿਲਕੁਲ, ਇਹ ਕੋਸ਼ਿਸ਼ ਇਹੋ ਆ ਕਿ ਸਾਡੇ ਜਿਹੜੇ NRI ਭਰਾ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਟਾਫ ਦੀ ਵੀ ਉੱਥੇ ਡਿਊਟੀ ਲਾਉਣੇ ਆ ਵੀ ਜਿਹੜਾ ਸਟਾਫ ਜੇ ਥੋੜੀ ਦੂਰੀ ਤੇ ਖੜਦੀ ਹੈ ਤੇ ਉਹ ਉਹਨਾਂ ਦਾ ਸਮਾਨ ਸਵਾਰੀਆਂ ਦਾ NRI ਭੈਣਾਂ ਭਰਾਵਾਂ ਦਾ ਆਪ ਲੈ ਕੇ ਜਾਣ। ਤੇ ਉਹਦੇ ਬਾਅਦ ਗੱਲ ਰਹੀ ਜਿਹੜੀ ਲੋਕ ਕਹਿੰਦੇ ਵੀ ਇੰਡੋ ਕੈਨੇਡੀਅਨ 에ਅਰਪੋਰਟ ਦੇ ਲਾਗੇ ਜਾਂਦੀ ਆ, ਉਹ ਮੈਂ ਤੁਹਾਨੂੰ ਜਾਣਕਾਰੀ ਲਈ ਦੱਸਦਾ। ਮੈਂ ਖੁਦ 에ਅਰਪੋਰਟ ਤੇ ਗਿਆ, ਜਦੋਂ ਮੈਂ ਗਿਆ ਤੇ ਮੈਂ ਉੱਥੇ ਵੇਖੋ ਮੇਰਾ ਸੁਭਾਅ ਆ, ਮੈਂ ਹਰੇਕ ਗੱਲ ਢੰਗਾਈ ਤੱਕ ਜਾਣਾ। ਮੈਂ ਕਾਊਂਟਰ ਤੇ ਜਾ ਕੇ ਉੱਥੋਂ ਲਾਗੋ ਬੰਨਿਓ ਪੁੱਛਗਿੱਛ ਕੀਤੀ ਵੀ ਇਹਨਾਂ ਦਾ ਕਾਊਂਟਰ ਇੰਡੋ ਕੈਨੇਡੀਅਨ ਵਾਲਿਆਂ ਦਾ 에ਅਰਪੋਰਟ ਦੇ ਉੱਤੇ ਹੀ ਲੱਗਾ, ਨਿਕਲਦਿਆਂ ਸਾਰੀ ਜਿੱਥੇ ਟਰਮੀਨਲ 3 ਹੈ ਨਿਕਲਦਿਆਂ ਸਾਰੀ ਉਹ ਲੱਗਾ। ਉਹ ਕਾਊਂਟਰ ਦੇ ਬਾਰੇ ਮੈਂ ਪੁੱਛਿਆ ਵੀ ਇਹ ਕਿਵੇਂ ਲੱਗਾ। ਛੋਟੀ ਜਿਹੜੀ ਵੈਨ ਕਾਰ ਹੁੰਦੀ ਉਹਦੇ ਜਿੱਡਾ ਕਾਊਂਟਰ ਲੱਗਾ, ਉਹਨੂੰ ਪਹੀਏ ਲੱਗੇ ਰੇੜ ਕੇ ਅੱਗੇ ਪਿੱਛੇ ਕਰ ਲੈਂਦੇ ਆ। ਉਹਦਾ 2 ਕਰੋੜ ਰੁਪਈਆ ਇਹਨਾਂ ਸਿਕਿਉਰਿਟੀ ਦੇ ਤੌਰ ਤੇ ਜਿਹੜਾ ਸਾਡਾ 에ਅਰਪੋਰਟ ਆ ਉੱਥੇ ਪ੍ਰਾਈਵੇਟ ਕੰਪਨੀ ਦਾ ਉਹਨਾਂ ਨੂੰ ਦਿੱਤਾ, ਨਾਲ ਉਹਦਾ 1 ਮਹੀਨੇ ਦਾ 10 ਤੋਂ 15 ਲੱਖ ਰੁਪਈਆ ਉਹਦੀ ਕਾਊਂਟਰ ਦੀ ਫੀਸ ਦੇ ਰਹੇ ਆ।
ਉਹਦੇ ਬਾਅਦ ਜਿਹੜੀ ਬੱਸ ਇਹਨਾਂ ਦੀ ਥੋੜੀ ਲਾਗੇ ਖੜਦੀ ਆ, ਉਹਦਾ 1 ਘੰਟੇ ਦਾ 5600 ਰੁਪਈਆ ਇਹ ਉਹਨੂੰ 에어ਪੋਰਟ ਅਥਾਰਟੀ ਨੂੰ ਅਦਾ ਕਰਦੇ ਆ। ਤੇ ਆਪਾਂ ਨਾ ਤੇ ਦਈਏ 2 ਕਰੋੜ, ਨਾ ਦਈਏ ਆਪਾਂ 10-15 ਲੱਖ ਫੀਸ, ਤੇ ਨਾ ਆਪਾਂ 56 ਦਿੰਦੇ ਆਪਾਂ। ਤੇ ਵੇਖੋ ਸਰਕਾਰੀ ਬੱਸ ਆ, ਬਿਲਕੁਲ ਜਾਇਜ਼ ਕਿਰਾਇਆ ਰੱਖਿਆ, ਥੋੜੇ ਜਿਹੇ ਪੈਸੇ ਦਿੰਦੇ ਆ, ਮੈਨੂੰ ਲੱਗਦਾ 3500-3600 ਰੁਪਈਆ ਆਪਾਂ 1 ਘੰਟੇ ਦਾ ਦੇਣਾ ਆਪਾਂ ਨੂੰ ਵੀ ਪੈਂਦਾ, ਕਿਉਂਕਿ ਪ੍ਰਾਈਵੇਟ ਕੰਪਨੀ ਦਾ 에어ਪੋਰਟ ਸਰਕਾਰ ਦਾ ਤੇ ਉਹ ਹੈਗਾ ਨਹੀਂਗਾ। ਪ੍ਰਾਈਵੇਟ ਕੰਪਨੀ ਉੱਥੇ ਤੇ ਆਪਾਂ ਨੂੰ ਅਦਾ ਕਰਨਾ ਹੀ ਪੈਣਾ, ਕੋਈ ਵੀ ਆਪਾਂ ਉੱਥੇ ਕੰਮ ਕਰਦੇ ਆ, ਭਾਵੇਂ ਸਰਕਾਰੀ ਤੌਰ ਤੇ ਭਾਵੇਂ ਆਪਾਂ ਪ੍ਰਾਈਵੇਟ ਤੌਰ ਤੇ, ਉਹਦਾ ਜਿਹੜਾ ਆਪਾਂ ਨੂੰ ਰੈਂਟ ਆ ਜੋ ਵੀ ਜਾਇਜ਼ ਉਹ ਦੇਣਾ ਹੀ ਪੈਣਾ। ਤੇ ਉਹ ਵੇਖੋ ਉਹ ਜਿਹੜਾ ਕਿਰਾਇਆ ਇੰਡੋ ਕੈਨੇਡੀਅਨ ਦਾ 3000 ਤੋਂ 4000 4500 ਰੁਪਈਆ ਸੀ, ਉਹ ਕਿਰਾਇਆ ਜਦੋਂ ਦੀ ਆਪਣੀ ਬੱਸ ਚੱਲੀ ਆ ਉਹ ਘਟਾ ਕੇ 1900 ਹੋ ਗਿਆ। ਤੇ ਪਰ 80 ਟਾਈਮ ਸਨ ਪਹਿਲਾਂ ਇੰਡੋ ਕੈਨੇਡੀਅਨ ਦੇ, ਅੱਜ ਉਹ ਘਟ ਕੇ 20 ਟਾਈਮ ਰਹਿ ਗਏ। 40 ਟਾਈਮ ਪੰਜਾਬ ਤੋਂ ਦਿੱਲੀ 에ਅਰਪੋਰਟ ਤੇ 40 ਟਾਈਮ ਦਿੱਲੀ 에ਅਰਪੋਰਟ ਤੋਂ ਪੰਜਾਬ, 80 ਟਾਈਮ ਚੱਲਦੇ, ਜਿਹੜੇ ਘਟ ਕੇ 10 ਪੰਜਾਬ ਤੋਂ ਦਿੱਲੀ ਰਹਿ ਗਏ ਇੰਡੋ ਕੈਨੇਡੀਅਨ ਦੇ, ਤੇ 10 에ਅਰਪੋਰਟ ਤੋਂ ਪੰਜਾਬ ਰਹਿ ਗਏ। ਨਿਗਾਹ ਰੱਖਦੇ ਹੋ ਪੂਰੀ ਤੁਸੀਂ? ਪੂਰੀ ਨਿਗਾਹ, ਪੂਰੀ ਐ ਵੈਰੀਫਾਈ ਕਰਕੇ ਰੱਖਦੇ ਆ। ਤੇ 1900 ਕਰਤਾ ਕਰਾਇਆ, ਫੇਰ ਵੀ ਕੋਈ ਚੜ ਕੇ ਰਾਜੀ। ਭੁੱਲਰ ਸਾਹਿਬ ਅਗਲਿਆਂ ਵੀ ਰੋਟੀ ਖਾਣੀ ਆ, ਵੇਖੋ ਰੋਟੀ ਉਹਨਾਂ ਸੋਨੇ ਦੀ ਨਹੀਂ ਖਾਣੀ, ਬੜੀ ਜ਼ਿਆਦਾ ਤਾਂ ਬਣਾ ਲਈ ਆ। ਮੈਨੂੰ ਲੱਗਦਾ ਵੀ ਬਾਦਲ ਪਰਿਵਾਰ ਵਰਲਡ ਦਾ ਸਭ ਤੋਂ ਸਿੱਖ ਅਮੀਰ ਪਰਿਵਾਰ ਹੋਣਾ, ਸਭ ਤੋਂ ਅਮੀਰ ਸਿੱਖ ਪਰਿਵਾਰ। ਜਿੰਨਾ ਪੈਸਾ, ਜਿੰਨੇ ਫਾਰਮ ਹਾਊਸ, ਮੈਨੂੰ ਲੱਗਦਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਮੈਨੂੰ ਨਹੀਂ ਉਮੀਦ ਕਿਹੜਾ ਮੁਲਕ ਆ ਜਿਹੜਾ ਇਹਨਾਂ ਦੇ ਫਾਰਮ ਹਾਊਸ ਜਿੱਥੇ ਨਾ ਹੋਣਗੇ। ਹਰ ਮੁਲਕ ਦੇ ਵਿੱਚ ਫਾਰਮ ਹਾਊਸ ਆ। ਉਹ ਕਹਿੰਦੇ ਸਾਰਾ ਲੀਗਲ ਹੈ ਜੀ, ਅਸੀਂ ਕਾਨੂੰਨੀ ਤੌਰ ਤੇ ਬਣਾਇਆ, ਪਤਾ ਕਰਾ ਲਓ। ਵੇਖੋ ਕਾਨੂੰਨੀ ਉਹ ਪੈਸਾ ਕਿੱਥੋਂ ਆਇਆ? ਜੇ ਬਾਦਲ ਪਰਿਵਾਰ ਦੀ ਆਪਾਂ ਗੱਲ ਕਰੀਏ, ਜੇ ਬਾਦਲ ਸਾਹਿਬ ਜਦੋਂ ਸਿਆਸਤ 'ਚ ਆਏ ਉਦੋਂ ਦੀ ਜਾਇਦਾਦ ਵੇਖ ਲਈਏ ਤੇ ਹੁਣ ਦੀ ਜਾਇਦਾਦ ਵੇਖ ਲਈਏ, ਲੀਗਲ ਤੇ ਆਪੇ ਕਰ ਲਿਆ। ਜਦੋਂ ਵੀ ਲੋਕਾਂ ਦਾ ਪੈਸਾ ਇਕੱਠਾ ਕਰ ਕਰਕੇ ਆਪ ਹੀ ਮੰਤਰੀ ਰਹੇ, ਆਪ ਹੀ ਮੁੱਖ ਮੰਤਰੀ ਰਹੇ, ਆਪਦੀਆਂ ਸਰਕਾਰਾਂ ਰਹੀਆਂ, ਕਾਨੂੰਨ ਹੱਥ 'ਚ ਹੀ, ਕਲਮ ਹੱਥ 'ਚ ਹੀ, ਤੇ ਹੌਲੀ ਹੌਲੀ ਲੀਗਲ ਕਰੀ ਗਏ। ਭੁੱਲਰ ਸਾਹਿਬ, ਮੈਂ ਇੱਕ ਜਾਂਦਿਆਂ ਮੈਨੂੰ ਨਹੀਂ ਪਤਾ ਸਰਕਾਰਾਂ ਕਿਵੇਂ ਕੰਮ ਕਰਦੀਆਂ, ਮੈਨੂੰ ਸੀ ਵੀ ਉੱਥੇ 4-5-6 ਨੌਜਵਾਨ ਜੇ ਆਪਾਂ ਤਨਖਾਹ ਤੇ ਰੱਖ ਲਈਏ, ਜਿਹੜੇ ਕਿ ਉੱਥੇ ਬੋਰਡ ਲੈ ਕੇ ਖੜੇ ਰਹਿਣ ਕਿ ਸਰਕਾਰੀ ਬੱਸਾਂ ਇੱਧਰੋਂ ਮਿਲਦੀਆਂ, ਉਹ 6 ਘਰ ਚੱਲਣ ਲੱਗ ਜਾਣਗੇ, ਤੁਹਾਨੂੰ ਲੱਖਾਂ ਰੁਪਈਆ ਵੀ ਨਹੀਂ ਦੇਣਾ ਪਊਗਾ। NRI ਨੂੰ ਡਾਇਰੈਕਸ਼ਨ ਪਤਾ ਲੱਗ ਜੂ ਕਿ ਭਾਈ ਬੱਸ ਇੱਧਰੋਂ ਮਿਲਣੀ ਹੈ, ਕੁਛ ਦੇਖ ਲਿਓ ਜਿੱਦਾਂ ਵੀ ਜੁਗਾੜ ਬਣਦਾ। ਬਿਲਕੁਲ, ਇਹ ਇੰਤਜ਼ਾਮ ਜ਼ਰੂਰੀ ਆ ਕਰਨਾ ਆ, ਕਿਉਂਕਿ ਦਿੱਕਤ ਆ ਰਹੀ ਆ ਸਾਡੇ NRI ਭੈਣਾਂ ਭਰਾਵਾਂ ਨੂੰ। ਵੈਸੇ ਤੇ ਜਿਹੜੇ ਭੈਣ ਭਰਾ ਇੱਕ ਵਾਰੀ ਸਫ਼ਰ ਕਰ ਲੈਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ, ਪਰ ਜਿਹੜੇ ਭੈਣ ਭਰਾ ਨੇ ਨਵੇਂ ਨੇ ਆਉਣਾ, ਉਹਨਾਂ ਵਾਸਤੇ ਥੋੜਾ ਜਿਹਾ ਦਿਸ਼ਾ ਨਿਰਦੇਸ਼, ਕੋਈ ਨੌਜਵਾਨ ਉੱਥੇ ਖੜੇ ਹੋਣ ਜਿਹੜੇ ਨਾਲ ਤੇ ਸਮਾਨ ਲੈ ਕੇ ਜਾਣ, ਦਿੱਕਤ ਜਿਹੜੀ ਉਹ ਦੂਰ ਹੋ ਜੇ ਸਾਡੇ NRI ਭੈਣਾਂ ਭਰਾਵਾਂ ਦੀ। ਤੇ ਨਾਲ ਰੁਜ਼ਗਾਰ ਦੀ, ਜਿਵੇਂ ਤੁਸੀਂ ਗੱਲ ਕੀਤੀ ਆ, ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇਣਾ ਸਾਡਾ ਏਜੰਡਾ ਹੈ ਤੇ ਬਿਲਕੁਲ ਇਹ ਤੇ ਅਮਲ ਹੋਵੇਗਾ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਭੁੱਲਰ ਸਾਹਿਬ। ਧੰਨਵਾਦ ਬਾਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਲਾਲਜੀਤ ਸਿੰਘ ਭੁੱਲਰ ਸਾਹਿਬ ਟਰਾਂਸਪੋਰਟ ਮੰਤਰੀ ਪੰਜਾਬ ਸਾਡੇ ਨਾਲ ਜੁੜੇ ਸੀ। 7 ਮਹੀਨੇ ਸਰਕਾਰ ਬਣੀ ਨੂੰ ਹੋ ਗਏ, ਉਹਨਾਂ ਨੇ ਕਾਰਗੁਜ਼ਾਰੀ ਦੱਸੀ ਹੈ, ਅਸੀਂ ਤੁਹਾਡੇ ਸਵਾਲ ਪੁੱਛ ਲਏ ਆ, ਤੁਸੀਂ ਸਹੀ ਪੰਜਾਬੀ ਭਾਸ਼ਾ ਦੇ ਵਿੱਚ, ਸਹੀ ਜਿਹੜੀ ਕਿ ਆਪਾਂ ਪਰਿਵਾਰਾਂ ਦੇ ਵਿੱਚ ਬੋਲਦੇ ਚੱਲਦੇ ਆ, ਸੱਭਿਅਕ ਭਾਸ਼ਾ ਦੇ ਵਿੱਚ ਟਿੱਪਣੀ ਕਰ ਸਕਦੇ ਹੋ। ਹੋਰ ਜਿਹੜਾ ਕੋਈ ਸਵਾਲ ਤੁਹਾਨੂੰ ਲੱਗਦਾ ਰਹਿ ਗਿਆ ਉਹ ਵੀ ਤੁਸੀਂ ਦੱਸ ਦਿਓ, ਆਪਾਂ ਮਹੀਨੇ ਖੰਡ ਨੂੰ ਭੁੱਲਰ ਸਾਹਿਬ ਨੂੰ ਫਿਰ ਹਾਕ ਮਾਰ ਲਾਂਗੇ। ਤੇ ਟਿੱਪਣੀਆਂ ਤੁਹਾਡੀਆਂ ਜ਼ਰੂਰੀ ਨੇ। ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ ਕਿ ਭਾਵੇਂ ਪਿੰਡਾਂ ਦੇ ਵਿੱਚ ਬੱਸਾਂ ਚਲਾਉਣ ਦੀ ਗੱਲ ਹੈ, ਭਾਵੇਂ ਉਹ ਪਾਸ ਹੋਲਡਰ ਉਹਨਾਂ ਦੀ ਗੱਲ ਹੈ, ਭਾਵੇਂ ਛੋਟੇ ਟਰਾਂਸਪੋਰਟਰਾਂ ਦੀ ਗੱਲ ਹੈ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪੁੱਛਾਂ ਜ਼ਰੂਰ। ਤੁਸੀਂ ਪ੍ਰੋਗਰਾਮ ਦੇ ਬਾਰੇ ਆਪਦੀ ਟਿੱਪਣੀ ਕਰ ਦਿਓ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।